ਅੰਗਦ ਦੋਖ ਨਿਕੰਦਨ ਅਮਰਦਾਸ ਗੁਰ ਹਿਰਦੈ ਧਿਆਵੋ ਹਿਰਦੈ ਧਿਆਵੋ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ। ਸ਼੍ਰੀ ਅਰਜਨ ਬਿਘਨ ਕੇ ਨਾਸ਼ਕ ਬਿਘਨਨ ਕੇ ਨਾਸਕ। ਸ਼੍ਰੀ ਹਰਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ। ਗੁਰੂ ਹਰਿ ਕ੍ਰਿਸ਼ਨ ਮਨਾਏ ਬਹੋਰੀ। ਗੁਰੂ ਤੇਗ ਬਹਾਦੁਰ ਪਰਮ ਕਿਰਪਾਲਾ ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਬੇਸਾਲਾ ਧਰੋਂ ਧਰਾ ਪਰ ਪੁੰਨ ਪੁੰਨ ਸੀਸਾ ਪੁੰਨ ਪੁੰਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਏਕ ਓੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਬਿਘਨ ਵਿਨਾਸ਼ਨ ਸੋਏ। ਹਾਂਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ। ਕਰਮ ਕਰਮ ਪੰਥ ਉਲੰਘ ਕਰ ਤਿਸੀ ਗ੍ਰਾਮ ਕੋ ਆਏ। ਪਦਮ ਪਛਾਨਿਓ ਬਿਪਰ ਜਿਹ ਗੁਰਤਾ ਜਬ ਨਹਿ ਪਾਏ। ਕਰਮ ਕਰਮ ਪੰਥ ਉਲੰਘ ਕਰ। ਸੱਚੇ ਪਾਤਸ਼ਾਹ ਗਰੀਬ ਨਵਾਜ ਦੀਨ ਦੁਨੀਆ ਦੇ ਮਾਲਕ ਜਬਰ ਛਤਰ ਤਖਤ ਦੇ ਮਾਲਕ ਸਮਰੱਥ ਗੁਰੂ ਪ੍ਰਤੱਖ ਗੁਰੂ ਦੀਨ ਦਿਆਲ ਕਿਰਪਾਲ ਅੰਤਰਜਾਮੀ ਪੂਰਨ ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਸਵਰੂਪ ਸੱਚੇ ਪਾਤਸ਼ਾਹ ਦਾਸਾਂ ਗਰੀਬਾਂ ਸਿੱਖਾਂ ਸੇਵਕਾਂ ਦੀ ਸਦਾ ਇੱਜ਼ਤ ਰੱਖਣ ਵਾਲੇ ਪੱਤ ਰੱਖਣ ਵਾਲੇ ਦਇਆ ਕਰਨ ਵਾਲੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਦੀ ਕਿਰਪਾ ਹੋਈ ਹੈ। ਆਪ ਜੀ ਸਿੱਖ ਸੰਗਤਾਂ ਬੜੇ ਹੀ ਪਿਆਰ ਨਾਲ ਸਤਿਗੁਰੂ ਜੀ ਦੀ ਮਹਾਨ ਪਵਿੱਤਰ ਪਾਵਨ ਹਾਜ਼ਰੀ ਵਿੱਚ ਸੱਜ ਕੇ ਬੈਠੇ ਹੋ। ਗੁਰਬਾਣੀ ਜੀ ਦਾ ਰਸ ਭਿੰਨਾ ਕੀਰਤਨ ਗੁਰਬਾਣੀ ਜੀ ਦੇ ਪਾਠ ਆਪ ਜੀ ਨੇ ਬੜੇ ਹੀ ਪਿਆਰ ਦੇ ਨਾਲ ਸਰਵਣ ਕੀਤੇ ਹਨ। ਸੁਰਤੀਆਂ ਬਿਰਤੀਆਂ ਨੂੰ ਇਕਾਗਰ ਕਰੋ। ਦੋਵੇਂ ਹੱਥ ਜੋੜ ਕੇ ਪਿਆਰ ਸਤਿਕਾਰ ਦੇ ਨਾਲ ਗੱਜ ਕੇ ਸਾਰੀ ਸੰਗਤ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਲੜੀਵਾਰ ਕਥਾ
ਧੰਨ ਧੰਨ ਸੱਚੇ ਪਾਤਸ਼ਾਹ ਗਰੀਬ ਨਵਾਜ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੀ ਆਪ ਜੀ ਸਰਵਣ ਕਰ ਰਹੇ ਹੋ। ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਦੁਨੀਆ ਦਾ ਭਲਾ ਕਰਨ ਵਾਸਤੇ ਤੀਰਥਾਂ ਦੇ ਉੱਤੇ ਗਏ ਹਨ। ਤੀਰਥਾਂ ਦੇ ਉੱਪਰ ਜਾ ਕੇ ਉੱਥੋਂ ਦੇ ਰਹਿਣ ਵਾਲਿਆਂ ਨੂੰ ਵਾਹਿਗੁਰੂ ਜੀ ਦੇ ਨਾਮ ਨਾਲ ਜੋੜ ਕੇ ਆਏ ਆ। ਮਹਾਰਾਜ ਬਾਣੀ ਵਿੱਚ ਕਹਿੰਦੇ ਆ, ਕਈ ਵਾਰੀ ਧਾਰਮਿਕ ਅਸਥਾਨਾਂ 'ਤੇ ਰਹਿਣ ਵਾਲੇ ਜਿਹੜੇ ਪੁਰਸ਼ ਹਨ ਨਾ, ਉਹਨਾਂ ਦੀ ਹਾਲਤ ਡੱਡੂ ਵਰਗੀ ਹੋ ਜਾਂਦੀ ਜੀ। ਕਿਵੇਂ? ਜਿਵੇਂ ਡੱਡੂ ਪਾਣੀ ਦੇ ਵਿੱਚ ਰਹਿੰਦਾ ਹੈ, ਪਰ ਉਹ ਪਾਣੀ ਨਹੀਂ, ਅੰਮ੍ਰਿਤ ਨਹੀਂ ਛਕਦਾ, ਕਾਈ ਖਾਂਦਾ, ਗੰਦਗੀ ਖਾਂਦਾ ਹੈ। ਇਸੇ ਤਰ੍ਹਾਂ ਜਿਹੜੇ ਧਾਰਮਿਕ ਲੋਕ ਹਨ, ਕਈ ਵਾਰੀ ਧਾਰਮਿਕ ਸਥਾਨਾਂ 'ਤੇ ਰਹਿੰਦਿਆਂ ਸਾਧ ਸੰਗਤ ਜੀ ਉਹ ਲਾਭ ਨਹੀਂ ਉਠਾ ਪਾਉਂਦੇ ਜਿਹੜਾ ਧਾਰਮਿਕ ਸਥਾਨ 'ਤੇ ਆਇਆ ਹੋਇਆ ਬੰਦਾ ਲਾਭ ਉਠਾ ਲੈਂਦਾ ਜੀ। ਇਸੇ ਤਰ੍ਹਾਂ ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਵੱਖ-ਵੱਖ ਤੀਰਥਾਂ 'ਤੇ ਗਏ ਹੈ। ਹਰਿਆਣੇ ਦੇ ਵਿੱਚ ਬੜੀਆਂ ਥਾਵਾਂ 'ਤੇ ਗੁਰੂ ਜੀ ਨੇ, ਸ੍ਰੀ ਗੁਰੂ ਅਮਰਦਾਸ ਜੀ ਨੇ ਚਰਨ ਪਾਏ। ਚਰਨ ਪਾ ਕੇ ਉੱਥੋਂ ਦੀਆਂ ਸੰਗਤਾਂ ਨੂੰ ਨਿਹਾਲ ਕੀਤਾ, ਬਾਣੀ ਸੁਣਾਈ। ਜਿੱਥੇ ਮਹਾਰਾਜ ਜਾਂਦੇ ਹੈ ਉੱਥੇ ਹੀ ਗੁਰਬਾਣੀ ਜੀ ਦਾ ਕੀਰਤਨ ਹੁੰਦਾ ਹੈ। ਬੜਾ ਸੁੱਖ ਆਨੰਦ ਜਿਹੜਾ ਹੈ ਉਸ ਜਗ੍ਹਾ 'ਤੇ ਵਰਤਦਾ ਹੈ ਜੀ। ਫਿਰ ਤੁਸੀਂ ਸੁਣਿਆ, ਉਸ ਸਮੇਂ ਯਾਤਰਾ ਕਰਨ ਵਾਸਤੇ ਜਜੀਆ ਤਾਰਨਾ ਪੈਂਦਾ ਸੀਗਾ। ਗੁਰੂ ਸਾਹਿਬ ਮਹਾਰਾਜ ਜੀ ਦੇ ਕੋਲੋਂ ਜਦੋਂ ਜਜੀਆ ਲੈਣ ਵਾਲੇ ਮੁਲਾਜ਼ਮ ਪਹੁੰਚੇ, ਗੁਰੂ ਜੀ ਦੇ ਦਰਸ਼ਨ ਕਰਕੇ ਹੀ ਉਹ ਸ਼ਾਂਤ ਹੋ ਗਏ ਜੀ। ਮਹਾਰਾਜ ਜੀ ਦੇ ਵਿੱਚ ਖਿੱਚ ਇਸ ਤਰ੍ਹਾਂ ਦੀ ਹੈ, ਗੁਰੂ ਜੀ ਦਾ ਪ੍ਰਤਾਪ ਇਸ ਤਰ੍ਹਾਂ ਦਾ ਹੈ, ਗੁਰੂ ਜੀ ਦੇ ਦਰਸ਼ਨ ਕਰਕੇ ਉਹ ਸ਼ਾਂਤ ਹੋ ਗਏ। ਕਹਿੰਦੇ, ਮਹਾਰਾਜ ਤੁਸੀਂ ਸਾਨੂੰ ਕੋਈ ਬੋਲ ਨਾ ਬੋਲਿਓ, ਅਸੀਂ ਤੁਹਾਡੇ ਕੋਲੋਂ ਜਜੀਆ ਨਹੀਂ ਲਵਾਂਗੇ। ਅਤੇ ਸਤਿਗੁਰੂ ਜਿੰਨੇ ਤੁਹਾਡੇ ਨਾਲ ਨੇ ਨਾ ਮਹਾਰਾਜ, ਉਹਨਾਂ ਕੋਲੋਂ ਵੀ ਜਜੀਆ ਨਹੀਂ ਲਵਾਂਗੇ। ਮਹਾਰਾਜ ਜਿਹੜਾ ਤੁਹਾਡਾ ਨਾਮ ਲਏਗਾ ਉਹਦੇ ਕੋਲੋਂ ਅਸੀਂ ਜਜੀਆ ਨਹੀਂ ਲਵਾਂਗੇ, ਸਾਰਿਆਂ ਦਾ ਜਜੀਆ ਮਾਫ। ਅਤੇ ਗੁਰੂ ਸਾਹਿਬ ਨੇ ਆਖਿਆ ਵੀ, ਬਚਨ ਵੀ ਕੀਤਾ। ਮਹਾਰਾਜ ਕਹਿਣ ਲੱਗੇ, ਭਾਈ ਫਿਰ ਨਾ ਕਿਉਂ, ਜਿੰਨੀ ਮਾਇਆ ਚਾਹੀਦੀ ਸਾਡੇ ਕੋਲੋਂ ਹੁਣੇ ਹੀ ਲੈ ਲਓ। ਉਹ ਕਹਿਣ ਲੱਗੇ, ਨਹੀਂ ਮਹਾਰਾਜ, ਸਾਰੀ ਦਿਹਾੜੀ ਲੋਕ ਲੰਘਦੇ ਗਏ, ਜਿਹੜਾ ਗੁਰੂ ਅਮਰਦਾਸ ਜੀ ਦਾ ਨਾਮ ਲੈਂਦਾ ਸੀ ਉਹਦਾ ਜਜੀਆ ਮਾਫ ਜੀ। ਵੇਖ ਕੇ ਜਿਹੜਾ ਰਿਹਾ ਹੀ ਕੋਈ ਨਹੀਂ ਜੀ, ਸਾਰੇ ਹੀ ਮਹਾਰਾਜ ਜੀ ਦਾ ਨਾਮ ਲੈ ਰਹੇ। ਜਜੀਆ ਲੈਣ ਵਾਲੇ ਵੀ ਮਹਿਸੂਸ ਕਰਦੇ, ਇਉਂ ਲੱਗਦਾ ਜਿਵੇਂ ਸਾਰੀ ਸ੍ਰਿਸ਼ਟੀ ਗੁਰੂ ਜੀ ਦੇ ਪਿੱਛੇ ਲੱਗ ਗਈ ਹੋਵੇ ਜੀ। ਗੱਜ ਕੇ ਆਖੋ ਵਾਹਿਗੁਰੂ। ਸੋ ਆਪ ਜੀ ਨੇ ਸੁਣਿਆ, ਕਵੀ ਸੰਤੋਖ ਸਿੰਘ ਜੀ ਕਹਿੰਦੇ, ਪਿਆਰਿਓ ਜਿਵੇਂ ਗੁਰੂ ਜੀ ਦਾ ਨਾਮ ਲਿਆ ਇਸ ਲੋਕ ਵਿੱਚ ਜਜੀਆ ਮਾਫ ਹੋ ਜਾਂਦਾ, ਇਸੇ ਤਰ੍ਹਾਂ ਗੁਰੂ ਜੀ ਦਾ ਨਾਮ ਲਿਆ ਅੱਗੇ ਵੀ ਬੰਦੇ ਦਾ ਭਲਾ ਹੋ ਜਾਂਦਾ ਜੀ। ਹਰ ਗੁਰ ਨਾਨਕ ਜਿਨ ਪਰਸਿਓ, ਸੇ ਇਤ ਉਤ ਸਦਾ ਮੁਕਤੇ। ਹਰ ਗੁਰ ਨਾਨਕ ਜਿਨ ਪਰਸਿਓ, ਸੇ ਇਤ ਉਤ ਦੋਹ ਥੇ ਰਹਿਓ। ਉਹ ਇੱਥੇ ਵੀ ਮੁਕਤ, ਉਹ ਅੱਗੇ ਵੀ ਮੁਕਤ ਜੀ। ਫਿਰ ਜਹ ਸਾਧੂ ਗੋਬਿੰਦ ਭਜਨ, ਕੀਰਤਨ ਨਾਨਕ ਨੀਤ। ਅਣਾ ਹਉ ਨਾ ਤੂੰ ਨਹਿ ਛੁਟ ਹੈ, ਨਿਕਟ ਨਾ ਜਾਈਓ ਦੂਤ। ਜਿਸ ਥਾਂ 'ਤੇ ਰੱਬ ਦੇ ਪਿਆਰੇ ਬੈਠੇ, ਕਥਾ ਹੋ ਰਹੀ, ਕੀਰਤਨ ਹੋ ਰਿਹਾ, ਜੰਮ ਕਹਿੰਦਾ, ਵੇਖਿਓ ਭਰਾਵੋ, ਆਪਣੇ ਦੂਤਾਂ ਨੂੰ ਕਹਿ ਰਿਹਾ, ਕਿਤੇ ਉਸ ਪਾਸੇ ਨਾ ਜਾਇਓ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਕਿੰਨੀ ਵੱਡੀ ਬਰਕਤ ਹੈਗੀ ਜੀ ਭਜਨ ਦੀ, ਕੀਰਤਨ ਦੀ, ਕਿੰਨੀ ਵੱਡੀ ਬਰਕਤ ਹੈਗੀ ਜੀ। ਕਹਿੰਦਾ, ਨਾ ਮੈਂ ਛੁੱਟਣਾ ਜੇ, ਨਾ ਤੁਸੀਂ ਛੁੱਟਣਾ, ਤੇ ਨਾ ਜੰਮਾਂ ਦੀ ਪੁਰੀ ਨਹੀਂ ਛੁੱਟਣਾ ਹੈ। ਰੱਬ ਦੇ ਪਿਆਰਿਆਂ ਦੇ ਨੇੜੇ ਨਾ ਜਾਇਓ, ਪਰਮੇਸ਼ਰ ਵੱਲੋਂ ਸਾਨੂੰ ਸਜ਼ਾ ਮਿਲੇਗੀ। ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੌਗਿਰਦ ਹਮਾਰੇ। ਰਾਮ ਨਾਮ ਮਨ ਲਾਗਾ, ਜਮ ਲੱਜਾ ਏ ਕਰ ਭਾਗਾ। ਜਿਸ ਬੰਦੇ ਦਾ ਮਨ ਰਾਮ ਦੇ ਨਾਮ ਵਿੱਚ ਲੱਗ ਜਾਂਦਾ ਨਾ ਜੀ, ਵਾਹਿਗੁਰੂ ਜੀ ਦੇ ਨਾਮ ਵਿੱਚ ਲੱਗ ਜਾਂਦਾ, ਜਮ ਵੀ ਸ਼ਰਮ ਖਾ ਕੇ ਭੱਜ ਜਾਂਦੇ ਜੀ ਉੱਥੋਂ। ਗੱਜ ਕੇ ਕਹੋ ਵਾਹਿਗੁਰੂ ਵਾਹਿਗੁਰੂ। ਸੋ ਮਹਾਰਾਜ ਗਰੀਬ ਨਵਾਜ ਸਹਿਜੇ ਸਹਿਜੇ ਅੱਗੇ ਜਾ ਰਹੇ ਆ। ਕਨਖਲ ਪਹੁੰਚੇ ਆ।
ਉੱਥੇ ਵੀ ਗੁਰੂ ਜੀ ਨੇ ਰਹਿਮਤਾਂ ਬਖਸ਼ਿਸ਼ਾਂ ਜਿਹੜੀਆਂ ਨੇ ਉਹ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਨੇ ਵਰਤਾਈਆਂ। ਸਤਿਗੁਰੂ ਜੀ ਦੀ ਬੜੀ ਵੱਡੀ ਵਡਿਆਈ ਹੈ, ਬੜੀ ਵੱਡੀ ਵਡਿਆਈ ਹੈ। ਜਿਹੜਾ ਜਿਹੜਾ ਮਨੁੱਖ ਗਰੀਬ ਨਵਾਜ ਜੀ ਦੇ ਦਰਸ਼ਨ ਕਰ ਰਿਹਾ ਹੈ, ਦਰਸ਼ਨ ਕਰਕੇ ਉਹ ਆਨੰਦਿਤ ਵੀ ਹੋ ਰਿਹਾ ਹੈ। ਕਵੀ ਸੰਤੋਖ ਸਿੰਘ ਕਹਿੰਦੇ ਉਹ ਮੁਕਤ ਵੀ ਹੋ ਰਿਹਾ ਜੀ। ਦਰਸ਼ਨ ਪਰਸਿਆ ਗੁਰੂ ਕੈ, ਜਨਮ ਮਰਨ ਦੁੱਖ ਜਾਏ। ਸੋ ਹੁਣ ਅੱਗੋਂ ਲੜੀਵਾਰ ਕਥਾ ਜੋ ਆਰੰਭ ਹੋ ਰਹੀ ਹੈ, ਬੜੇ ਪਿਆਰ ਦੇ ਨਾਲ ਸਾਰੀ ਸੰਗਤ ਸਰਵਣ ਕਰੋ। ਸਭ ਸਿੱਖ ਸੰਗਤ ਗੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਪਿਆਰਿਓ ਧਰੋ ਗੁਰੂ ਅਮਰਦਾਸ ਜੀ ਦੇ ਚਰਨਾਂ ਦਾ ਧਿਆਨ, ਕੋਈ ਰਸਨਾ ਵਾਂਝੀ ਨਾ ਰਹੇ। ਪ੍ਰੇਮ ਨਾਲ ਗੱਜ ਕੇ ਕਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਾਂਜੀ। ਦੋਹਰਾ। ਕਰਮ ਕਰਮ ਪੰਥ ਉਲੰਘ ਕਰ, ਤਿਸੀ ਗ੍ਰਾਮ ਕੋ ਆਏ। ਹਜੂਰ ਗਰੀਬ ਨਵਾਜ ਚੱਲਦਿਆਂ ਚੱਲਦਿਆਂ ਹੌਲੀ ਹੌਲੀ ਰਸਤਾ ਤੈਅ ਕਰਦਿਆਂ ਕਰਦਿਆਂ ਸਿੱਖ ਸੰਗਤਾਂ ਨੂੰ ਦਰਸ਼ਨ ਦਿੰਦਿਆਂ ਦੁਨੀਆ ਦਾ ਭਲਾ ਕਰਦਿਆਂ ਕਰਦਿਆਂ ਉਸ ਪਿੰਡ ਵਿੱਚ ਆਏ ਹੈ। ਹਾਂਜੀ। ਪਦਮ ਪਛਾਨਿਓ ਵਿਪਰ ਜਿਹ, ਗੁਰਤਾ ਜਬ ਨਹਿ ਪਾਏ। ਕਿਸ ਪਿੰਡ ਵਿੱਚ ਆਏ ਹੈ? ਜਿਸ ਪਿੰਡ ਵਿੱਚ ਸਾਧ ਸੰਗਤ ਜੀ ਦੁਰਗਾ ਦਾਸ ਪੰਡਤ ਰਹਿੰਦਾ ਹੈ। ਜਦੋਂ ਮਹਾਰਾਜ ਹਰਿਦੁਆਰ ਤੋਂ ਪਹਿਲਾਂ ਜਦੋਂ ਗੁਰਤਾ ਨਹੀਂ ਸੀ ਪ੍ਰਾਪਤ ਹੋਈ ਤੇ ਪਹਿਲਾਂ ਮਹਾਰਾਜ ਰਸਤੇ ਵਿੱਚ ਦੁਰਗਾ ਦਾਸ ਦੇ ਘਰ ਆਰਾਮ ਕਰ ਰਹੇ ਸਨ, ਉਹਨੇ ਮੇਰੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਪਦਮ ਵੇਖਿਆ ਸੀਗਾ ਜੀ। ਜਦੋਂ ਉਹਨੇ ਪਦਮ ਵੇਖਿਆ, ਦਰਸ਼ਨ ਕੀਤੇ, ਕਹਿਣ ਲੱਗਾ ਮੇਰੀ ਵਿਦਿਆ ਦੇ ਅਨੁਸਾਰ ਤੁਸੀਂ ਜਾਂ ਚੱਕਰਵਰਤੀ ਰਾਜੇ ਬਣੋਗੇ ਜਾਂ ਅਵਤਾਰ ਬਣੋਗੇ। ਉਹ ਪੰਡਤ ਨੇ ਉਦੋਂ ਦੀ ਭੇਟਾਂ ਨਹੀਂ ਸੀ ਲਈ ਮਹਾਰਾਜ ਕੋਲੋਂ। ਮਹਾਰਾਜ ਉਸ ਪਿੰਡ ਵਿੱਚ ਆਏ ਹੈ। ਹਾਂਜੀ। ਚੌਪਈ। ਡੇਰਾ ਵਹਿਰ ਕੀਨ ਗੁਰ ਤਹਾਂ। ਹੁਣ ਹਜ਼ਾਰਾਂ ਸੰਗਤਾਂ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦੇ ਨਾਲ ਹਨ। ਮਹਾਰਾਜ ਨੇ ਪਿੰਡ ਦੇ ਬਾਹਰ ਡੇਰਾ ਕੀਤਾ ਜੀ, ਆਸਣ ਲਾਇਆ ਜੀ। ਹਾਂਜੀ। ਸੰਗਤ ਸੰਗ ਪੀਰ ਨਰ ਮਹਾ। ਹਜ਼ਾਰਾਂ ਸਿੱਖ ਸੰਗਤਾਂ ਮਹਾਰਾਜ ਗਰੀਬ ਨਵਾਜ ਜੀ ਦੇ ਨਾਲ ਨਾਲ ਹਨ। ਹਾਂਜੀ। ਜੈ ਜੈਕਾਰ ਕਰਤ ਦਰਸ਼ਨ ਤੇ। ਲੋਕ ਜੈ ਜੈਕਾਰਾਂ ਕਰ ਰਹੇ। ਧੰਨ ਗੁਰੂ ਅਮਰਦਾਸ ਜੀ, ਧੰਨ ਗੁਰੂ ਅਮਰਦਾਸ ਜੀ ਕਰ ਰਹੇ ਹਨ, ਨਾਲੇ ਦਰਸ਼ਨ ਕਰ ਰਹੇ ਹਨ। ਹਾਂਜੀ। ਜਹ ਕਹਿ ਕੀਰਤ ਮਹਿਤ ਕਰਨ ਤੇ। ਲਓ ਜੀ, ਜਿੱਥੇ ਕਿੱਥੇ ਨਹੀਂ ਜਹ ਕਹਿ ਕੀਰਤ ਮਹਿਤ ਕਰਨ ਤੇ, ਜਿੱਥੇ ਕਿੱਥੇ ਨਹੀਂ ਮਹਾਰਾਜ ਦੀ ਕੀਰਤੀ ਹੋ ਰਹੀ ਜੀ। ਪ੍ਰੇਮੀ ਮਹਾਰਾਜ ਦੀ ਕੀਰਤੀ ਕਰਨ ਦਾ ਜੀ। ਇੰਨਾ ਵੱਡਾ ਮਹਾਨ ਪ੍ਰਤਾਪ ਧੰਨ ਗੁਰੂ ਅਮਰਦਾਸ ਸਾਹਿਬ ਜੀ ਦਾ। ਦੁਰਗਾ ਬਿਪਰ ਹੇਰ ਨਰ ਭੀਰ। ਉਹ ਦੁਰਗਾ ਦਾਸ ਪੰਡਤ ਜਿਹੜਾ ਸੀ ਉਹ ਬਾਰ-ਬਾਰ ਜਾ ਰਿਹਾ ਸੀ। ਉਹਨੇ ਵੇਖਿਆ ਬੜੇ ਮਨੁੱਖ ਆਏ ਆ, ਕੀ ਗੱਲ ਹੈ। ਹਾਂਜੀ। ਬੂਜਤ ਭਇਓ ਏਕ ਕੇ ਤੀਰ। ਇੱਕ ਨੂੰ ਫਿਰ ਦੁਰਗਾ ਦਾਸ ਪੰਡਤ ਨੇ ਪੁੱਛ ਹੀ ਲਿਆ ਜੀ। ਗੱਜ ਕੇ ਆਖੋ ਵਾਹਿਗੁਰੂ। ਪੁੱਛ ਲਿਆ ਬੜੇ ਪ੍ਰੇਮ ਨਾਲ। ਹਾਂਜੀ। ਕਿਸਕੇ ਸਾਥ ਅਹ ਸਮੁਦਾਏ। ਕਹਿਣ ਲੱਗਾ ਪਿਆਰਿਆ, ਇੰਨੀ ਸੰਗਤ, ਇਹਨਾਂ ਲੋਕਾਂ ਦਾ ਇਕੱਠ ਕਿਹਦੇ ਨਾਲ ਹੈ? ਪਿਆਰਿਓ, ਜਿੰਨਾ ਇਕੱਠ ਸਤਿਗੁਰਾਂ ਦੇ ਨਾਲ ਸੀ ਨਾ, ਉਹਨਾਂ ਤੇ ਕਿਸੇ ਰਾਜੇ ਬਾਦਸ਼ਾਹ ਦੇ ਨਾਲ ਵੀ ਨਹੀਂ ਸੀ ਹੁੰਦਾ ਜੀ। ਪੁੱਛਿਆ ਇੰਨਾ ਇਕੱਠ ਕਿਹਦੇ ਨਾਲ ਹੈ? ਹਾਂਜੀ। ਉਤਰਿਓ ਕੌਣ ਆਏ ਇਸ ਥਾਏ। ਭਾਈ ਪਿਆਰਿਆ, ਕੌਣ ਹੈ ਜੋ ਇਸ ਸਥਾਨ ਤੇ ਆ ਕੇ ਉਤਰੇ ਹੈ? ਜਿਨ੍ਹਾਂ ਨੇ ਉਤਾਰਾ ਕੀਤਾ ਉਹ ਕੌਣ ਨੇ? ਹਾਂਜੀ। ਤਿਸਨੇ ਸਕਲ ਬਤਾਵਨ ਕੀਨਾ। ਉਸ ਸਿੱਖ ਨੇ, ਗੁਰੂ ਦੇ ਪਿਆਰੇ ਨੇ ਦੁਰਗਾ ਦਾਸ ਨੂੰ ਬੜੇ ਪ੍ਰੇਮ ਨਾਲ ਆਪਣੇ ਗੁਰੂ ਜੀ ਦਾ ਨਾਮ ਦੱਸਿਆ ਜੀ। ਹਾਂਜੀ। ਅਮਰਦਾਸ ਸ੍ਰੀ ਗੁਰੂ ਪਰਬੀਨਾ। ਗੱਜ ਕੇ ਕਹੋ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ। ਪਿਆਰਿਓ, ਜਦੋਂ ਗੁਰੂ ਜੀ ਦਾ ਨਾਮ ਲੈਣਾ ਬੜੇ ਹੀ ਪਿਆਰ ਨਾਲ ਲੈਣਾ, ਇਹਦੇ ਨਾਲ ਵੀ ਪੁੰਨ ਵੱਧਦੇ ਆ। ਉਸ ਗੁਰੂ ਦੇ ਪਿਆਰੇ ਨੇ ਦੱਸਿਆ
ਇਸ ਅਸਥਾਨ ਤੇ ਸਾਡੇ ਤੀਸਰੇ ਪਾਤਸ਼ਾਹ ਧੰਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ, ਜਿਹੜੇ ਬਹੁਤ ਮਹਾਨ ਹਨ, ਹਰ ਕਾਰਜ ਵਿੱਚ ਪੂਰੇ ਹਨ। ਸ਼੍ਰੀ ਨਾਨਕ ਗਾਤੀ ਪਰ ਬੈਸਾ, ਜੋ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਗੱਦੀ ਤੇ ਬੈਠੇ ਹਨ। ਹਾਂਜੀ, ਹੋਤ ਸਫਲ ਮੁਖ ਤੇ ਕਹਿ ਜੈਸਾ, ਤੇ ਜੋ ਮੁਖੋਂ ਕਹਿ ਦੇਣ ਨਾ, ਜਿਨ੍ਹਾਂ ਦਾ ਬਚਨ ਉਸੇ ਵੇਲੇ ਪੂਰਾ ਹੋ ਜਾਂਦਾ ਹੈ, ਉਹ ਗੁਰੂ ਜੀ ਇੱਥੇ ਆ ਕੇ ਬੈਠੇ ਹਨ। ਗੱਜ ਕੇ ਆਖੋ ਵਾਹਿਗੁਰੂ। ਮੇਰੇ ਖਿਆਲ ਨਾਲ ਨਹੀਂ ਵੀ ਇੰਨੇ ਪਿਆਰ ਨਾਲ ਆਪਾਂ ਕਿਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਰੇ ਕਦੀ ਬਚਨ ਕੀਤਾ ਹੋਵੇ ਜੀ। ਭਾਈ ਦੀਨ ਦੁਨੀਆ ਦੇ ਮਾਲਕ ਬੈਠੇ ਆ, ਜੋ ਚਾਹਣ ਉਹ ਕਰ ਸਕਦੇ ਬੈਠੇ ਆ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਜੋੜੋ ਹੱਥ ਕਹੋ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਿੱਖ ਨੇ ਬੜੇ ਹੀ ਪਿਆਰ ਨਾਲ ਦੁਰਗਾ ਦਾਸ ਨੂੰ ਗੁਰੂ ਜੀ ਦੀ ਸਿਫਤ ਸੁਣਾਈ ਜੀ। ਹਾਂਜੀ, ਛਤਰੀ ਜਾਤ ਬ੍ਰਿਧ ਬੈ ਮਹਾ, ਛਤਰੀ ਹਨ ਤੇ ਬਜ਼ੁਰਗ ਨੇ। ਇਸ ਸਮੇਂ ਬਜ਼ੁਰਗੀ ਦੀ ਉਮਰ ਹੈ ਉਹਨਾਂ ਦੀ। ਹਾਂਜੀ, ਤਿਨਕੇ ਸੰਗ ਲੋਗ ਬਹੁ ਇਹਾਂ, ਇਹ ਜਿੰਨੇ ਲੋਕ ਨੇ ਨਾ, ਇਹ ਅਸਲ ਵਿੱਚ ਉਹਨਾਂ ਦੀਆਂ ਸੰਗਤਾਂ ਹਨ। ਹਾਂਜੀ, ਇਕ ਤੋਂ ਦਰਸ਼ਨ ਕੋ ਸੁਖ ਪਾਵਹਿ, ਭਾਈ ਇੱਕ ਤੇ ਮਹਾਰਾਜ ਦੇ ਦਰਸ਼ਨ ਕਰਕੇ ਲੋਕ ਸੁਖ ਪਾ ਰਹੇ ਆ, ਸ਼ਾਂਤੀ ਪ੍ਰਾਪਤ ਕਰ ਰਹੇ ਹਨ। ਹਾਂਜੀ, ਤੁਰਕ ਜੇ ਜਵਾ ਬਹੁਰ ਹਟਾਵਹਿ, ਦੂਜਾ ਜਿਹੜਾ ਮਹਾਰਾਜ ਦੇ ਨਾਲ ਆ ਰਿਹਾ ਨਾ, ਉਹਨੂੰ ਤੁਰਕਾਂ ਦਾ ਜੇਜਬਾ ਨਹੀਂ ਲੱਗ ਰਿਹਾ, ਜਜੀਆ ਨਹੀਂ ਲੱਗ ਰਿਹਾ, ਉਹਦਾ ਟੈਕਸ ਮਾਫ, ਇਹ ਬਚਨ ਕੀਤਾ ਉਹਨੇ। ਹਾਂਜੀ, ਇਤਿਆਦਿਕ ਸੁਖ ਲਖ ਸਭ ਭਾਂਤੀ, ਇਸ ਤਰੀਕੇ ਦਾ ਮਹਾਨ ਸੁਖ ਵੇਖ ਕੇ ਰਹਿ ਸੰਗ ਯਾਤਰੀ ਦਿਨ ਰਾਤੀ, ਯਾਤਰੀ ਪ੍ਰੇਮੀ ਸਦਾ ਇਹਨਾਂ ਦੇ ਨਾਲ ਹੀ ਰਹਿੰਦੇ ਆ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਇੱਕ ਤੇ ਗੁਰੂ ਜੀ ਦੇ ਦਰਸ਼ਨ, ਉਤੋਂ ਕਥਾ, ਫਿਰ ਕੀਰਤਨ, ਇਹ ਮਹਾਨ ਸੁਖ ਜਾਣ ਕੇ ਯਾਤਰੀ ਇਹਨਾਂ ਦੇ ਨਾਲ ਹੀ ਰਹਿੰਦੇ ਆ। ਹਾਂਜੀ, ਸੁਨ ਦੁਰਗੇ ਦਿਜਬਰ ਵਿਚਾਰਾ, ਪਿਖਿਓ ਹੁਤੋ ਪਦ ਪਦਮ ਅਗਾਰਾ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਪਿਆਰਿਓ, ਦੁਰਗਾ ਦਾਸ ਨੇ ਆਪਣੇ ਮਨ 'ਚ ਵਿਚਾਰ ਕੀਤੀ ਹੈ ਤੇ ਉਹੋ ਹੀ ਨੇ ਜਿਨ੍ਹਾਂ ਦੇ ਚਰਨਾਂ ਵਿੱਚ ਮੈਂ ਪਦਮ ਦਾ ਨਿਸ਼ਾਨ ਵੇਖਿਆ ਸੀਗਾ। ਇਹ ਤਾਂ ਉਹੋ ਹੀ ਹਨ। ਲੋਕ ਅੱਜ ਇਹਨਾਂ ਨਾਲ ਇੰਨੀ ਯਾਤਰਾ ਕਰ ਰਹੇ ਆ। ਮੈਂ ਤੇ ਉਦੋਂ ਇਹਨਾਂ ਦੇ ਦਰਸ਼ਨ ਕੀਤੇ ਜਦੋਂ ਇਕੱਲੇ ਹੀ ਹੁੰਦੇ ਸੀਗੇ। ਹਾਂਜੀ, ਤਿਨ ਕੋ ਨਾਮ ਰੋਜਾਤ ਬਤਾਈ, ਸੋਈ ਹੋਏ ਪਾਈ ਵਡਿਆਈ। ਜਿਵੇਂ ਮੈਂ ਇਹਨਾਂ ਨੂੰ ਦੱਸਿਆ ਸੀ, ਸਮੇਂ ਦੇ ਨਾਲ ਉਸ ਤਰ੍ਹਾਂ ਦੀ ਵਡਿਆਈ ਹੋ ਗਈ ਜੀ ਇਹਨਾਂ ਦੀ, ਉਸ ਤਰ੍ਹਾਂ ਦੀ ਵਡਿਆਈ ਹੋ ਗਈ। ਪਹਿਲੇ ਸਮੇਂ ਮਹਾਨ ਮਹਾਤਮਾ ਮਹਾਂਪੁਰਖ ਸੰਗਤ ਜੀ ਦੁਨੀਆ ਤੇ ਤੁਰਦੇ ਫਿਰਦੇ ਸਨ। ਉਹ ਬੱਚਿਆਂ ਨੂੰ ਵੇਖ ਕੇ ਹੀ ਬੱਚਿਆਂ ਬਾਰੇ ਦੱਸ ਜਾਂਦੇ ਸੀ ਵੀ ਇਹਨੇ ਵੱਡਾ ਹੋ ਕੇ ਕਿਹੋ ਜਿਹਾ ਹੋਣਾ ਜੀ। ਅੱਜ ਤੋਂ ਬਜ਼ੁਰਗ ਨੇ, ਗੁਰਮੁਖ ਪਿਆਰੇ ਮਹਾਤਮਾ ਹਨ, ਉਹਨਾਂ ਦੇ ਨਾ ਜੀ ਗਲੇ ਦੇ ਵਿੱਚ ਇੱਕ ਚਿੱਟੇ ਰੰਗ ਦੀ ਲੀਕ ਹੈ ਜੀ, ਤੇ ਉਹ ਬਚਪਨ ਤੋਂ ਸੀਗੀ ਜੀ। ਤੇ ਜਦੋਂ ਬਚਪਨ ਤੋਂ ਸੰਤਾਂ ਮਹਾਤਮਾ ਨੇ ਉਹਨਾਂ ਨੂੰ ਘਰ ਵਿੱਚ ਖੇਡਦਿਆਂ ਵੇਖਿਆ ਨਾ, ਤੇ ਉਹਨਾਂ ਦੀ ਮਾਂ ਨੂੰ ਆਖ ਦਿੱਤਾ ਵੀ ਕਰ ਲੋ ਜਿੰਨੀ ਇਹਦੀ ਸੇਵਾ ਕਰਨੀ, ਇਹਨੇ ਘਰ ਨਹੀਂ 'ਚ ਰਹਿਣਾ, ਇਹਨੇ ਮਹਾਤਮਾ ਬਣਨਾ ਜੇ। ਸੋ ਦੱਸ ਦਿੰਦੇ ਸੀਗੇ। ਉਹ ਸੰਗਤ ਜੀ ਦੁਰਗਾ ਦਾਸ ਜਿਹੜਾ ਹੈ, ਉਹਨੂੰ ਚੇਤਾ ਆ ਰਿਹਾ ਵੀ ਇਹਨਾਂ ਬਾਰੇ ਤੇ ਮੈਂ ਪਹਿਲਾਂ ਗੱਲ ਕੀਤੀ ਸੀ। ਹਾਂਜੀ, ਕਿਦੋਂ ਆਨ ਹੋਇ ਕਰਤ ਸੰਦੇਹੂ, ਕੀਨ ਗਮਨ ਨਿਜ ਤਜ ਕੈ ਗ੍ਰੇਹੂ। ਤੇ ਇਹ ਹੁਣ ਕਿਦੋਂ ਆਨ ਹੋਇ ਕਰਤ ਸੰਦੇਹੂ, ਕੀਨ ਗਮਨ ਨਿਜ ਤਜ ਕੈ ਗ੍ਰੇਹੂ। ਇਸ ਤਰ੍ਹਾਂ ਸੰਦੇਹ ਕਰਕੇ ਆਪਣਾ ਘਰ ਛੱਡ ਕੇ ਚੱਲ ਪਿਆ ਵੀ ਉਹੋ ਹੀ ਨਾ ਹੋਣ। ਹਾਂਜੀ,
ਸਨੈ ਸਨੈ ਤਿਹ ਸੰਗ ਮਝਾਰਾ। ਦੁਰਗਾ ਦਾਸ ਚੱਲਦਾ ਚੱਲਦਾ ਹੌਲੀ ਹੌਲੀ ਉਧਰ ਪਹੁੰਚ ਗਿਆ ਸ਼੍ਰੀ ਗੁਰ ਕੇ ਤਬ ਨਿਕਟ ਸਿਦਾਰਾ। ਜਿੱਧਰ ਮਹਾਰਾਜ ਗਰੀਬ ਨਵਾਜ ਬੈਠੇ ਹੋਏ ਸਨ। ਗੱਜ ਕੇ ਆਖੋ ਵਾਹਿਗੁਰੂ। ਹੌਲੀ ਹੌਲੀ ਕਰਦਾ ਕਰਦਾ ਸਤਿਗੁਰੂ ਜੀ ਵੱਲ ਪਹੁੰਚ ਗਿਆ ਜੀ ਉਹ। ਹਾਂਜੀ, ਖਰੋ ਦੂਰ ਤੇ ਕਰਤ ਚਿਨਾਰੀ। ਹੁਣ ਦੂਰ ਖਲੋਤਾ ਜੀ ਤੇ ਪਹਿਚਾਣ ਕਰਦਾ ਜੀ। ਹਾਂਜੀ, ਹੈ ਤੋ ਸਹੀ ਸੁਲਗ ਆਕਾਰੀ। ਤੇ ਦੂਰੋਂ ਮਹਾਰਾਜ ਦੇ ਦਰਸ਼ਨ ਕਰਕੇ ਨਾ ਦੁਰਗਾ ਦਾਸ ਵਿਚਾਰ ਬਣਾਉਂਦਾ ਵੀ ਹੈ ਤੇ ਉਹੋ ਹੀ ਨੇ। ਛੋਟਾ ਕੱਦ, ਉਹੋ ਹੀ ਰੂਪ, ਇਹ ਉਹੋ ਹੀ ਗੁਰੂ ਹਨ। ਹਾਂਜੀ, ਪਰਮ ਪ੍ਰਸੰਨ ਭਇਓ ਦਿਜਹੇਰੇ। ਹੁਣ ਦੁਰਗਾ ਦਾਸ ਬੜਾ ਹੀ ਪ੍ਰਸੰਨ ਹੋਇਆ ਜੀ, ਬੜਾ ਪ੍ਰਸੰਨ ਹੋਇਆ। ਸੰਗਤ ਜੀ, ਸਾਨੂੰ ਕੋਈ ਜਾਣਦਾ ਹੋਵੇ ਤੇ ਬੜੀ ਵੱਡੀ ਪਦਵੀ ਤੇ ਪਹੁੰਚ ਜਾਵੇ, ਬੰਦੇ ਨੂੰ ਖੁਸ਼ੀ ਹੁੰਦੀ ਹੈ ਜੀ। ਹਾਂਜੀ, ਕਹੀ ਅਸ਼ੀਰਵਾਦ ਹੋਏ ਨੇਰੇ। ਤੇ ਮਹਾਰਾਜ ਗਰੀਬ ਨਵਾਜ ਜੀ ਦੇ ਹੌਲੀ ਹੌਲੀ ਉਹ ਨੇੜੇ ਪਹੁੰਚ ਗਏ ਜੀ। ਅਸ਼ੀਰਵਾਦ ਕਿਹਾ ਜਾ ਕੇ। ਹਾਂਜੀ, ਬੈਠ ਨਿਕਟ ਲਖ ਨੀਕੀ ਰੀਤ। ਨਿਸ਼ਚੈ ਧਰਤ ਭਇਓ ਤਬ ਚੀਤ। ਗੱਜ ਕੇ ਆਖੋ ਵਾਹਿਗੁਰੂ। ਬੈਠ ਨਿਕਟ ਲਖ ਨੀਕੀ ਰੀਤ। ਨੇੜੇ ਬੈਠ ਗਏ। ਮਹਾਰਾਜ ਦਾ ਸੋਹਣਾ ਸੁਭਾਅ ਵੇਖਣ। ਨਿਸ਼ਚੈ ਧਰਤ ਭਇਓ ਤਬ ਚੀਤ। ਪਹਿਲਾਂ ਤੇ ਦੂਰੋਂ ਅੰਦਾਜ਼ਾ ਲਾਇਆ ਨਾ ਜੀ, ਜਦੋਂ ਨੇੜੇ ਆ ਕੇ ਬੈਠ ਗਏ ਮਨ ਵਿੱਚ ਪੱਕਾ ਭਰੋਸਾ ਹੋ ਗਿਆ ਵੀ ਇਹ ਉਹੋ ਹੀ ਨੇ। ਹਾਂਜੀ, ਹੇ ਪ੍ਰਭ ਮੈਂ ਦਿਜ ਜਾਨਹੁ ਸੋਈ। ਪੂਰਬ ਮਿਲਿਓ ਬਰਖ ਬਹੁ ਹੋਈ। ਤੇ ਮਹਾਰਾਜ ਗਰੀਬ ਨਵਾਜ ਜੀ ਨੂੰ ਪਤਾ ਕੀ ਕਹਿਣ ਲੱਗੇ ਜੀ, ਜਿਵੇਂ ਅਸੀਂ ਕਹਿੰਦੇ ਜੀ ਪਛਾਣਿਆ। ਗੱਜ ਕੇ ਆਖੋ ਵਾਹਿਗੁਰੂ। ਦੁਰਗਾ ਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਹੱਥ ਜੋੜ ਕੇ ਕਹਿੰਦੇ, ਮਹਾਰਾਜ ਪਛਾਣਿਆ? ਮਹਾਰਾਜ ਮੈਂ ਉਹੋ ਹੀ ਬ੍ਰਾਹਮਣ ਹਨ, ਦੁਰਗਾ ਦਾਸ ਹਾਂ, ਜਿਹੜਾ ਤੁਹਾਨੂੰ ਕਈ ਸਾਲ ਪਹਿਲਾਂ ਮਿਲਿਆ ਸਾਂ ਜੀ। ਕਿਉਂ ਵੇਖੋ ਨਾ ਜੀ, 12 ਸਾਲ ਤੇ ਗੁਰੂ ਅਮਰਦਾਸ ਜੀ ਨੇ ਸੇਵਾ ਕੀਤੀ ਜੀ। 12 ਸਾਲ ਉਹ, ਤੇ ਉਹਦੇ ਤੋਂ ਬਾਅਦ ਗੁਰਤਾ ਗੱਦੀ ਤੇ ਕਿੰਨਾ ਸਮਾਂ ਰਹੇ ਜੀ। ਕਦੋਂ ਦੀ ਗੁਰਤਾ ਗੱਦੀ ਮਿਲੀ ਹੈ? ਤੇ ਜੇ ਕਰਦਿਆਂ ਕਰਾਉਂਦਿਆਂ 12 ਸਾਲ ਤੋਂ ਪਹਿਲਾਂ ਦੀ ਗੱਲ ਕਰੀਏ ਤੇ ਹੁਣ ਤੱਕ ਦਾ ਸਮਾਂ ਲਾਈਏ ਤੇ ਘੱਟੋ ਘੱਟ ਨਹੀਂ 30 ਸਾਲ ਹੋ ਗਏ ਹੋਣਗੇ ਜੀ। 30 ਸਾਲ ਪਹਿਲਾਂ ਹੀ ਇੱਕ ਹਿਸਾਬ ਨਾਲ ਇਹਨੇ ਦੱਸ ਦਿੱਤਾ ਜੀ। ਤੇ ਦੁਰਗਾ ਦਾਸ ਕਹਿਣ ਲੱਗਾ, ਮਹਾਰਾਜ ਮੈਂ ਤੁਹਾਨੂੰ ਆਖਿਆ ਸੀਗਾ। ਹਾਂਜੀ, ਪਿਖਿਓ ਪਦਮ ਪਦ ਪਦਮ ਮਝਾਰੀ। ਮਹਾਰਾਜ ਮੈਂ ਉਸ ਸਮੇਂ ਆਪ ਜੀ ਦੇ ਚਰਨਾਂ ਦੇ ਵਿੱਚ ਮਹਾਰਾਜ ਉਹ ਪਦਮ ਦੇ ਦਰਸ਼ਨ ਕੀਤੇ ਸੀਗੇ। ਹਾਂਜੀ, ਤਬ ਨਾ ਜਾਚਨਾ ਕੀਨ ਤੁਮਾਰੀ। ਆਪ ਆਰਾਮ ਕਰਨ ਵਾਸਤੇ ਆਏ ਸੀ ਮੇਰੇ ਘਰ ਵਿੱਚ। ਤੁਸੀਂ ਉਦੋਂ ਇਕੱਲੇ ਸੀ ਮਹਾਰਾਜ, ਤੇ ਜਦੋਂ ਤੁਸੀਂ ਆਰਾਮ ਕਰ ਰਹੇ ਸੀ ਮੈਂ ਤੁਹਾਡੇ ਚਰਨਾਂ ਦੇ ਦਰਸ਼ਨ ਕੀਤੇ। ਤੁਹਾਡੇ ਚਰਨਾਂ 'ਚ ਪਦਮ ਸੀ, ਤੇ ਉਦੋਂ ਹੀ ਮੈਂ ਕਿਹਾ ਸੀ ਤੁਸੀਂ ਜਾਂ ਅਵਤਾਰੀ ਬਣੋਗੇ ਜਾਂ ਰਾਜੇ ਬਣੋਗੇ। ਤੇ ਮਹਾਰਾਜ ਤੁਸੀਂ ਮੈਨੂੰ ਭੇਟਾ ਦੇ ਰਹੇ ਸੀਗੇ, ਉਦੋਂ ਮੈਂ ਭੇਟਾ ਨਹੀਂ ਮੰਗੀ ਤੁਹਾਡੇ ਕੋਲੋਂ। ਹਾਂਜੀ, ਜਬ ਇਸ ਕੋ ਫਲ ਪ੍ਰਾਪਤ ਹੋਏ। ਸੱਚੇ ਪਾਤਸ਼ਾਹ ਉਸ ਸਮੇਂ ਮੈਂ ਆਪ ਜੀ ਦੇ ਚਰਨਾਂ 'ਚ ਬੇਨਤੀ ਕੀਤੀ ਸੀ ਕਿ ਭੇਟਾ ਉਦੋਂ ਲਵਾਂਗਾ ਜਦੋਂ ਤੁਹਾਨੂੰ ਇਸ ਪਦਮ ਦਾ ਫਲ ਮਿਲ ਜਾਏਗਾ। ਹਾਂਜੀ, ਤਬ ਲੇਵੋ ਚਿਤ ਬਾਛਤ ਜੋਏ। ਫਿਰ ਮੈਂ ਮਨ ਮਰਜ਼ੀ ਦਾ ਲਵਾਂਗਾ ਮਹਾਰਾਜ, ਮੈਂ ਉਦੋਂ ਕਿਹਾ ਸੀਗਾ। ਹਾਂਜੀ, ਕਰਿਓ ਹੁਤੋ ਇਕਰਾਰ ਸੋ ਜੋਵਾ। ਸੋ ਮਹਾਰਾਜ ਤੁਸੀਂ ਵੀ ਇਕਰਾਰ ਕੀਤਾ ਸੀ ਪਿਆਰਿਆ, ਜੇ ਰੱਬ ਨੇ ਮਿਹਰ ਕੀਤੀ ਇਹਦਾ ਕੋਈ ਫਲ ਹੋਇਆ ਤਾਂ ਤੈਨੂੰ ਦੇ ਦਿਆਂਗੇ। ਹਾਂਜੀ, ਪ੍ਰਾਪਤ ਸਮੈ ਆਏ ਸੋ ਹੋਵਾ। ਸੋ ਮਹਾਰਾਜ ਬਚਨ ਯਾਦ ਕਰੋ, ਅੱਜ ਤੋਂ ਕਈ ਸਾਲ ਪਹਿਲਾਂ ਤੁਸੀਂ ਮੈਨੂੰ ਆਖਿਆ ਸੀ ਮਹਾਰਾਜ ਉਹ ਸਮਾਂ ਆ ਬਣਿਆ ਹੈ। ਗੱਜ ਕੇ ਆਖੋ ਵਾਹਿਗੁਰੂ। ਕਈਆਂ ਦੀ ਯਾਦਾਸ਼ਤ ਬੜੀ ਹੁੰਦੀ ਸੰਗਤ ਜੀ, ਉਹਨਾਂ ਦੀ ਮੈਮਰੀ ਬਹੁਤ ਤੇਜ਼ ਹੁੰਦੀ ਹੈ, ਬੜੀ ਸ਼ਾਰਪ ਹੁੰਦੀ ਹੈ।
ਉਹ ਗੱਲ ਨੂੰ ਚੇਤੇ ਰੱਖਦੇ ਆ। ਕਈਆਂ ਨੂੰ ਭੁੱਲ ਭੱਲ ਜਾਂਦਾ ਜੀ। ਦੁਰਗਾ ਦਾਸ ਦੀ ਸਿਮਰਤੀ ਯਾਦਾਸ਼ ਬਹੁਤ ਤੇਜ਼ ਹੈ। ਹਾਂਜੀ। ਮਨ ਬਾਛਤ ਮੁਝ ਕੋ ਅਬ ਦੀਜੈ। ਸੋ ਮਹਾਰਾਜ ਹੁਣ ਮੈਂ ਜੋ ਮੰਗਾਂਗਾ ਨਾ, ਮਹਾਰਾਜ ਉਹ ਮੈਨੂੰ ਦੇਣਾ। ਹਾਂਜੀ। ਪ੍ਰਥਮ ਕਹਿਓ ਸਿਮਰਨ ਸੋ ਕੀਜੈ। ਹਾਂਜੀ। ਸ਼੍ਰੀ ਸਤਿਗੁਰ ਸੁਨ ਭਏ ਪ੍ਰਸੰਨ। ਮਹਾਰਾਜ ਪਹਿਲਾ ਬਚਨ ਕੀਤਾ ਚੇਤੇ ਕਰੋ। ਮਹਾਰਾਜ ਮੈਨੂੰ ਚੇਤਾ, ਮਹਾਰਾਜ ਆਪ ਜੀ ਨੂੰ ਚੇਤਾ, ਤੇ ਧੰਨ ਗੁਰੂ ਅਮਰਦਾਸ ਸਾਹਿਬ ਬੜੇ ਪ੍ਰਸੰਨ ਹੋਏ ਜੀ। ਸੱਚੇ ਪਾਤਸ਼ਾਹ ਗਰੀਬ ਨਵਾਜ ਕਹਿਣ ਲੱਗੇ ਜੀ ਹੁਣ। ਹਾਂਜੀ। ਕਹਿਬੋ ਦਿਜਬਰ ਤੇਰੋ ਧੰਨ। ਮਹਾਰਾਜ ਕਹਿਣ ਲੱਗੇ ਦਿਜਬਰ ਬ੍ਰਾਹਮਣ ਤੇਰਾ ਕਹਿਆ ਹੋਇਆ ਧੰਨ ਹੈ। ਮਹਾਰਾਜ ਕਹਿਣ ਲੱਗੇ ਬੰਦਾ ਜੇ ਬੋਲਣੇ ਹੀ ਆ ਚੰਗੇ ਬੋਲੇ ਜੀ। ਹਾਂਜੀ। ਜੋ ਤੈਂ ਕਹਿਓ ਸੋ ਨੀਕੇ ਭਇਓ। ਜੋ ਤੁਸੀਂ ਉਸ ਸਮੇਂ ਕਿਹਾ ਸੀ ਅੱਜ ਉਹ ਵਰਤਾਰਾ ਵਰਤ ਗਿਆ। ਮਹਾਰਾਜ ਕਹਿਣ ਲੱਗੇ। ਹਾਂਜੀ। ਚੱਕਰ ਵਰਤ ਕੋ ਛਤਰ ਸੋ ਦਇਓ। ਚੱਕਰਵਰਤੀ ਛਤਰ ਤੁਸੀਂ ਕਿਹਾ ਸੀ ਤੁਹਾਡੇ ਸਿਰ ਤੇ ਝੁੱਲੇਗਾ। ਹਾਂਜੀ। ਚਾਹੋ ਚੱਕਨ ਪਰ ਹੁਕਮ ਤੁਹਾਰਾ। ਅੱਜ ਗੁਰੂ ਨਾਨਕ ਸਾਹਿਬ ਜੀ ਦੀ ਮਿਹਰ, ਮੇਰੇ ਸਤਿਗੁਰੂ ਗੁਰੂ ਅੰਗਦ ਸਾਹਿਬ ਜੀ ਦੀ ਮਿਹਰ, ਚਾਰੇ ਪਾਸੇ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਨਾਲ ਕਇਆ ਲੋਕ ਮੰਨਦੇ ਹਨ। ਗੱਜ ਕੇ ਆਖੋ ਵਾਹਿਗੁਰੂ। ਹਾਂਜੀ। ਜਹ ਕਹਿ ਪਠੈ ਨ ਹਵੈ ਹਟਕਾਰਾ। ਮਹਾਰਾਜ ਕਹਿੰਦੇ ਸਾਨੂੰ ਕੋਈ ਰੋਕਣ ਵਾਲਾ ਨਹੀਂ ਹੈਗਾ। ਦੁਨੀਆ ਦੀ ਗੱਲ ਕੀ, ਜਦੋਂ ਆਪ ਰੱਬ ਹੀ ਨੇ, ਆਪ ਹੀ ਪਰਮੇਸ਼ਰ ਨੇ, ਤੇ ਫਿਰ ਕਾਹਦੀ ਗੱਲ ਰਹਿ ਗਈ ਜੀ ਹੋਰ। ਹਾਂਜੀ। ਅਬ ਮਨ ਬਾਂਛਤ ਜੋ ਕੁਛ ਤੇਰੇ। ਮਹਾਰਾਜ ਕਹਿਣ ਲੱਗੇ ਹੁਣ ਫਿਰ ਮੰਗੋ ਜੋ ਮੰਗਣਾ। ਹਾਂਜੀ। ਸੋ ਲੀਜੈ ਸੁਖ ਆਹੈ ਨਾ ਦੇਰੇ। ਉਹ ਹੁਣੇ ਹੀ ਦੇਾਂਗੇ। ਮਹਾਰਾਜ ਕਹਿੰਦੇ ਜਿਹੜਾ ਸੁੱਖ ਕਹੋਗੇ ਦੇਾਂਗੇ। ਹਾਂਜੀ। ਲੋਕ ਬਿਖੈ ਸੁਖ ਅਨਿਕ ਪ੍ਰਕਾਰਾ। ਸੁਤ ਬਿਤ ਆਦਿਕ ਸੁੰਦਰ ਦਾਰਾ। ਹਾਂਜੀ। ਜੋ ਚਾਹੋ ਸੋ ਜਾਚਨ ਕੀਜਹਿ। ਅਬ ਤੇ ਪਰਮ ਸੁਖੀ ਹੋਏ ਜੀਜਹਿ। ਸੱਚੇ ਪਾਤਸ਼ਾਹ ਕਹਿਣ ਲੱਗੇ ਮੰਗੋ। ਇਸ ਲੋਕ ਵਿੱਚ ਪੁੱਤਰ ਧੀਆਂ ਨੋਹਾਂ ਪੋਤਰੇ ਮਾਇਆ ਸਨਮਾਨ ਜੋ ਕਹੋਗੇ ਦੁਨੀਆ ਦੇ ਸਾਰੇ ਸੁੱਖ ਹੀ ਦੇ ਦਿਆਂਗੇ। ਗੱਜ ਕੇ ਆਖੋ ਵਾਹਿਗੁਰੂ। ਕਿਉਂ ਮਹਾਰਾਜ ਦਾਤੇ ਨੇ ਨਾ, ਤੇ ਦਾਤੇ ਦੇ ਸਕਦੇ ਜੀ। ਹਾਂਜੀ। ਜੇਕਰ ਜਗ ਕੇ ਸੁਖ ਨਹਿ ਚਾਹੈ। ਨਾਸ਼ਵੰਤ ਲਖ ਨਹਿ ਬਿਥਿਰ ਥਾਹੈ। ਹਾਂਜੀ। ਤੋ ਪਰ ਲੋਕ ਅਚਲ ਸੁਖ ਭਾਰੀ। ਜਨਮ ਮਰਨ ਨਹਿ ਸੰਕਟ ਭਾਰੀ। ਤੇ ਮਹਾਰਾਜ ਕਹਿਣ ਲੱਗੇ ਜੇ ਜਗਤ ਦੇ ਸੁੱਖ ਨਹੀਂ ਚਾਹੀਦੇ ਤੇ ਪਰਲੋਕ ਦਾ ਸੁੱਖ ਲੈ ਲਓ। ਮਹਾਰਾਜ ਕਹਿਣ ਲੱਗੇ ਪਰਲੋਕ ਜਿਹੜਾ ਸਦਾ ਰਹਿਣ ਵਾਲਾ ਹੈ ਉਹਦਾ ਸੁੱਖ ਲੈ ਲਓ। ਮਹਾਰਾਜ ਕਹਿਣ ਲੱਗੇ ਜਨਮ ਮਰਨ ਦੇ ਸੰਕਟ ਤੋਂ ਬਚ ਜਾਓਗੇ। ਹਾਂਜੀ। ਰੁਚਹਿ ਜੇ ਮਨ ਮਹਿ ਜਾਚਹੁ ਸੋਏ। ਨੀਕੇ ਲਿਖੋ ਵਿਚਾਰ ਕਰ ਜੋਏ। ਸਾਰੀ ਸੰਗਤ ਵੇਖ ਰਹੀ ਸੁਣ ਰਹੀ। ਮਹਾਰਾਜ ਕੱਲੇ ਦੁਰਗਾ ਦਾਸ ਨਾਲ ਗੱਲਾਂ ਕਰਨ ਦੇ, ਬਚਨ ਕਰਨ ਦੇ। ਮਹਾਰਾਜ ਕਹਿਣ ਲੱਗੇ ਦੁਰਗਾ ਦਾਸ ਮਰਜ਼ੀ ਤੇਰੀ ਹੈ। ਤੂੰ ਇਸ ਲੋਕ ਦੇ ਖੁਸ਼ੀਆਂ ਮੰਗ ਲੈ ਤੇ ਜਾਂ ਫਿਰ ਨਾਮ ਮੰਗ ਲੈ, ਪਰਲੋਕ ਦੀਆਂ ਸੁੱਖਾਂ ਮੰਗ ਲਾ। ਮਹਾਰਾਜ ਕਹਿਣ ਲੱਗੇ ਗੱਜ ਕੇ ਆਖੋ ਵਾਹਿਗੁਰੂ। ਹੁਣ ਸਾਨੂੰ ਕੋਈ ਪੁੱਛੇ ਵੀ ਇੱਥੇ ਸੁਖੀ ਰਹਿਣਾ ਚਾਹੁੰਦਾ ਕਿ ਅੱਗੇ ਸੁਖੀ ਰਹਿਣਾ ਚਾਹੁੰਦਾ ਜੀ, ਤੇ ਆਪਣੇ ਚੋਂ ਬਹੁਤਿਆਂ ਨੇ ਕਹਿਣਾ ਬਾਬਾ ਇੱਥੇ ਵੀ ਸੁਖੀ ਰੱਖੀ, ਗਾਂ ਵੀ ਸੁਖੀ ਰੱਖੀ। ਮਹਾਰਾਜ ਕਹਿੰਦੇ ਜਾਂ ਇੱਧਰ ਦੇ ਸੁੱਖ ਮੰਗ ਲਓ ਜਾਂ ਅੱਗੇ ਦੇ ਸੁੱਖ ਮੰਗ ਲਓ। ਹਾਂਜੀ। ਲੋਕ ਪ੍ਰਲੋਕ ਮਹਾ ਸੁਖ ਦੋਈ। ਲੀਜਹਿ ਏਕ ਜਾਚ ਕਰ ਸੋਈ। ਕੰਡੀਸ਼ਨ ਰੱਖ ਲਈ ਨਾ ਮਹਾਰਾਜ ਗੁਰੂ ਅਮਰਦਾਸ ਜੀ ਨੇ। ਮਹਾਰਾਜ ਕਹਿੰਦੇ ਜਾਂ ਇਸ ਲੋਕ ਦੇ ਸੁੱਖ ਜਾਂ ਉਸ ਲੋਕ ਦੇ ਸੁੱਖ, ਦੋਵਾਂ ਸੁੱਖਾਂ ਵਿੱਚੋਂ ਇੱਕ ਸੁੱਖ ਮੰਗ ਲਓ। ਮਹਾਰਾਜ ਕਹਿਣ ਲੱਗੇ ਹਾਂਜੀ। ਸੁਨ ਦਿਜਬਰ ਕੋ ਸੰਸਾ ਪਰਿਓ। ਨਿਰਨੈ ਨਾਹਿਨ ਏਕੈ ਕਰਿਓ। ਗੱਜ ਕੇ ਆਖੋ ਵਾਹਿਗੁਰੂ। ਉਹ ਦੁਰਗਾ ਦਾਸ ਜੀ ਸ਼ੰਕਾ ਚ ਪੈ ਗਏ ਜੀ। ਉਹ ਸੋਚ ਰਹੇ ਆ ਵੀ ਹੁਣ ਮੈਂ ਕੀ ਮੰਗਾ, ਕੀ ਮੰਗਾ ਮੈਂ। ਹਾਂਜੀ।
ਜੋ ਕਰ ਸੁਖ ਪ੍ਰਲੋਕ ਕੋ ਜਾਚੋਂ, ਇਹਾਂ ਰੰਕ ਬਨ ਦਾਰਿਦ ਰਾਚੋਂ। ਉਹ ਬੈਠੇ ਬੈਠੇ ਦੁਰਗਾ ਦਾਸ ਗੁਰੂ ਸਾਹਿਬ ਦੇ ਸਾਹਮਣੇ ਆਪਣੇ ਮਨ ਵਿੱਚ ਹੀ ਵਿਚਾਰਾਂ ਕਰਨ ਦੇ ਹੈ, ਜੇ ਮੈਂ ਇਸ ਲੋਕ ਦਾ ਸੁੱਖ ਮੰਗਿਆ, ਵਾਹਿਗੁਰੂ ਜੇ ਮੈਂ ਪਰਲੋਕ ਦਾ ਸੁੱਖ ਮੰਗਿਆ ਤੇ ਮੈਨੂੰ ਇੱਥੇ ਗਰੀਬੀ ਝੱਲਣੀ ਪੈਣੀ ਹੈ। ਕਿਉਂ? ਇਹ ਦਾਤੇ ਨੇ, ਜੋ ਇਹਨਾਂ ਕਰਤਾ ਕਹਿਤਾ ਉਹ ਪੂਰਾ ਹੋਣਾ ਹੈ। ਹਾਂਜੀ। ਮੰਗਤ ਰਹੋ ਨ ਸੁਖ ਹੈ ਕੋਈ, ਅਬ ਪ੍ਰਾਪਤ ਕੈਸਿਓ ਦੋ ਖੋਈ। ਤੇ ਜੇ ਮੈਂ ਇਥੋਂ ਦੇ ਸੁੱਖ ਮੰਗਾ, ਪਰਲੋਕ ਵਿੱਚ ਕੰਮ ਦੁਖੀ ਹੈ, ਤੇ ਉਹ ਤੇ ਸ਼ੰਕਾ ਵਿੱਚ ਪੈ ਗਏ ਜੀ, ਸ਼ੰਕਾ ਵਿੱਚ ਪੈ ਗਏ। ਹਾਂਜੀ। ਜੇਕਰ ਲੋਕ ਬਿਖੈ ਸੁਖ ਭਾਰਾ, ਤਨ ਆਦਿਕ ਤੇ ਹੋਏ ਸੁਖਾਰਾ। ਹਾਂਜੀ। ਜਾ ਚਲਿਓ ਮੈਂ ਪ੍ਰਾਪਤ ਹੋਵੈ, ਸਗਰੀ ਦਾਰਿਦ ਤਾ ਕੋ ਖੋਵੈ। ਤੇ ਕਰਦਿਆਂ ਕਰਦਿਆਂ ਮਨ 'ਚ ਸੋਚਦਿਆਂ ਨਾ ਦੁਰਗਾ ਦਾਸ ਜੀ ਨੇ ਸੋਚਿਆ ਵੀ ਇੱਥੋਂ ਦੀ ਗਰੀਬੀ ਦੂਰ ਕਰਾ ਲੈਣਾ ਹੈ, ਮੈਂ ਇੱਥੋਂ ਦੀ ਗਰੀਬੀ ਦੂਰ ਕਰਾ ਲੈਣਾ। ਧਨ ਮੰਗਦਾ, ਮਾਇਆ ਮੰਗਦਾ, ਮੈਨੂੰ ਘਾਟਾ ਨਾ ਰਵੇ। ਇੱਥੇ ਆਪਣੇ ਆਪ ਨੂੰ ਵੀ ਰੱਖ ਲਈਏ, ਅਸੀਂ ਵੀ ਮੰਗਦੇ ਹਾਂ, ਬਾਬਾ ਦੇ ਦੇ, ਮਹਾਰਾਜ ਦੇ ਦੋ। ਉਹਨਾਂ ਸੋਚਿਆ ਵੀ ਮਾਇਆ ਮੰਗ ਲਈਏ, ਧਨ ਦਾ ਘਾਟਾ ਨਾ ਰਵੇ, ਮੇਰੀ ਗਰੀਬੀ ਦੂਰ ਹੋ ਜਾਵੇ, ਮੇਰੀਆਂ ਪੁਸ਼ਤਾਂ ਦੀ ਗਰੀਬੀ ਦੂਰ ਹੋ ਜਾਵੇ। ਹਾਂਜੀ। ਮਨ ਭਾਵਨ ਸੁਖ ਕਰੋ ਬਿਲਾਸਾ, ਜਾਚਨ ਕੀ ਮਿਟ ਹੈ ਸਭ ਆਸਾ। ਤੇ ਮਨ ਭਾਉਂਦਾ ਸੁੱਖ ਹੀ ਮਾਣਾਂਗੇ, ਕਿਸੇ ਕੋਲੋਂ ਜਾਚਣਾ ਨਹੀਂ ਪਏਗਾ, ਮੰਗਣਾ ਨਹੀਂ ਪਏਗਾ, ਕਿਉਂ? ਮਹਾਰਾਜ ਨੇ ਜੋ ਕਹਿਤਾ ਉਹ ਮਿਲ ਜਾਣਾ। ਹਾਂਜੀ। ਜਮ ਕੇ ਬਸ ਜਬ ਪਰ ਹੋ ਜਾਈ। ਪਰ ਫਿਰ ਚੇਤਾ ਆਇਆ, ਉਹ ਮਰਨ ਤੋਂ ਬਾਅਦ ਜਮਾਂ ਦੇ ਵਸ ਪੈਣਾ। ਤੇ ਜਦੋਂ ਜਮਾਂ ਦੇ ਵਸ ਪੈਣਾ ਜਾ ਕੇ, ਹਾਂਜੀ, ਦੇਹ ਸਾਸਨਾ ਨਰਕ ਗਿਰਾਈ। ਉਹਨਾਂ ਮੇਰੀ ਤਾੜਨਾ ਬੜੀ ਕਰਨੀ, ਨਰਕਾਂ ਵਿੱਚ ਸੁੱਟਦੇ ਬੰਦੇ ਨੂੰ। ਇੱਥੋਂ ਪਤਾ ਲੱਗਦਾ ਦੁਰਗਾ ਦਾਸ ਜੀ ਸਿਆਣੇ ਹਨ। ਗੱਜ ਕੇ ਆਖੋ ਵਾਹਿਗੁਰੂ। ਨਹੀਂ ਤੇ ਲੋਕੀ ਕਹਿੰਦੇ ਆ ਜੱਗ ਮਿੱਠਾ, ਅਗਲਾ ਕਿਹਨੇ ਡਿੱਠਾ, ਪਰ ਇਹੋ ਜਿਹੇ ਦੁਰਗਾ ਦਾਸ ਜੀ ਨਹੀਂ ਹਨ। ਹਾਂਜੀ। ਕਿਤ ਕੋ ਸੁਖ ਅਬ ਜਾਚਨ ਕਰੋ, ਸੰਸੈ ਹੋਤ ਨਾ ਨਿਰਨਉ ਧਰੋ। ਉਹਨਾਂ ਫੇਰ ਉਹ ਇਸ ਲੋਕ ਦੇ ਸੁੱਖਾਂ ਦਾ ਫੁਰਨਾ ਟਾਲਤਾ, ਮਾਇਆ ਨਹੀਂ ਮੰਗਣੀ, ਪਰ ਮਾਇਆ ਦੀ ਲੋੜ ਵੀ ਹੈ। ਹੁਣ ਉਹ ਸੋਚਦੇ ਵੀ ਮੈਂ, ਗੁਰੂ ਸਾਹਿਬ ਕਹਿੰਦੇ ਇੱਕ ਸੁੱਖ ਮੰਗ ਲਾ, ਤੇ ਮੈਂ ਹੁਣ ਕਿਹੜਾ ਸੁੱਖ ਮੰਗਾ, ਮਿਲਣਾ ਇੱਕੋ ਆ। ਕਈ ਵਾਰੀ ਮੰਗਣ ਵਾਲੇ ਵੀ ਬੜੇ ਸਿਆਣੇ ਹੁੰਦੇ ਜੀ। 6ਵੇਂ ਪਾਤਸ਼ਾਹ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਕੋਲੋਂ ਇੱਕ ਮਾਈ ਨੇ ਮੰਗਿਆ। ਮਹਾਰਾਜ ਕਹਿੰਦੇ ਮਾਤਾ ਮੰਗ ਲੈ, ਜੋ ਮੰਗਣਾ ਇੱਕੋ ਵਾਰੀ ਮੰਗੀ। ਉਹਦੇ ਘਰ ਧੀ ਪੁੱਤ ਮਾਇਆ ਸੰਤਾਨ ਕੁਝ ਵੀ ਨਹੀਂ ਸੀ ਜੀ। ਕਹਿਣ ਲੱਗੀ ਸੱਚੇ ਪਾਤਸ਼ਾਹ, ਮੇਰੇ ਘਰ ਦੇ ਵਿੱਚ ਮੇਰੀ ਨਹੁੰ ਸੋਨੇ ਦੀ ਮਧਾਣੀ ਰਿੜਕ ਰਹੀ ਹੋਵੇ ਜੀ। ਹਾਂਜੀ। ਹੁਣ ਨਹੁੰ ਤੇ ਤਾਂ ਹੋਏਗੀ ਜੇ ਪੁੱਤ ਹੋਏਗਾ ਜੀ, ਤੇ ਸੋਨੇ ਦੀ ਮਧਾਣੀ ਤਾਂ ਹੋਏਗੀ ਜੇ ਮਾਇਆ ਹੋਏਗੀ ਜੀ। ਕਈ ਵਾਰੀ ਮੰਗਣ ਵਾਲੇ ਬੜੇ ਸਿਆਣੇ ਹੁੰਦੇ ਜੀ। ਦੁਰਗਾ ਦਾਸ ਜੀ ਬੜੇ ਗਹਿਰ ਗੰਭੀਰ ਹੋ ਕੇ ਸੋਚਣ ਦਾ ਜੀ। ਹਾਂਜੀ। ਤੂਸ਼ਨ ਏਕ ਘਟੀ ਲਖ ਹੋਵਾ। ਇੱਕ ਘੜੀ ਤੇ ਚੁੱਪ ਹੀ ਰਹੇ ਜੀ, ਮੰਗ ਹੀ ਨਾ ਸਕੇ ਕੁਝ ਜੀ। ਅੰਦਰੇ ਅੰਦਰ ਗੱਲਾਂ ਚੱਲਦੀਆਂ ਰਹੀਆਂ ਜੀ। ਹਾਂਜੀ। ਤਬ ਸ਼੍ਰੀ ਸਤਿਗੁਰ ਤਿਸ ਦਿਸ਼ ਜੋਵਾ। ਮਹਾਰਾਜ ਗਰੀਬ ਨਵਾਜ ਹੋਰ ਸੰਗਤਾਂ ਨਾਲ ਬਚਨ ਬਿਲਾਸ ਕਰਦੇ ਰਵੇ, ਤੇ ਫਿਰ ਮਹਾਰਾਜ ਨੇ ਦੁਰਗਾ ਦਾਸ ਵਾਲੇ ਪਾਸੇ ਵੇਖਿਆ। ਹਾਂਜੀ। ਭਉ ਦਿਜਬਰ ਕਿਉ ਤੂਸ਼ਨ ਠਾਨੀ। ਭਉ ਦਿਜਬਰ ਕਿਉਂ ਤੂਸ਼ਨ ਠਾਨੀ। ਮਹਾਰਾਜ ਕਹਿੰਦੇ ਦੁਰਗਾ ਦਾਸ ਚੁੱਪ ਕਿਉਂ ਬੈਠਾ ਹੈ। ਹਾਂਜੀ। ਜਾਚਨ ਕੀਜੈ ਚਾਹੇ ਮਹਾਨੀ। ਮਹਾਰਾਜ ਕਹਿੰਦੇ ਨਿਸੰਗ ਹੋ ਕੇ ਮੰਗ, ਇੱਕ ਸੁੱਖ ਮੰਗ ਲੈ। ਹਾਂਜੀ। ਸੋ ਹਮ ਤੇ ਲਿਹੋ ਜੋ ਮਨ ਭਾਵਾ। ਤੇਰੇ ਮਨ ਵਿੱਚ ਜਿਹੜੀ ਗੱਲ ਹੈ, ਜਿਹੜਾ ਸੁੱਖ ਚਾਹੁੰਦਾ, ਲੋਕ ਜਾਂ ਪਰਲੋਕ, ਉਹ ਮੰਗ ਲੈ। ਹਾਂਜੀ। ਸਾਚ ਕਰਹਿ ਬਚ ਹਮ ਜੋ ਅਲਾਵਾ। ਹਾਂਜੀ।
ਸੁਨ ਕੈ ਤਬ ਹੋਇਓ ਦਿਜ ਦੀਨ। ਤੇ ਇਹ ਸੁਣ ਕੇ ਨਾ ਬ੍ਰਾਹਮਣ ਹੁਣ ਸੋਚਦਾ, ਗੱਲ ਮਨ ਦੀ ਗੱਲ ਕਹਿ ਹੀ ਦਿਆਂ, ਗੱਜ ਕੇ ਆਖੋ ਵਾਹਿਗੁਰੂ। ਬੜੀ ਨਿਮਰਤਾ ਦੇ ਨਾਲ ਉਹ ਮਹਾਰਾਜ ਨੂੰ ਫਿਰ ਬੇਨਤੀ ਕਰਨ ਲੱਗਾ ਜੀ। ਹਾਂਜੀ, ਦਵੈ ਲੋਕਨ ਸੁਖ ਲਾਲਸ ਕੀਨ। ਕਹਿੰਦਾ ਮਹਾਰਾਜ ਤੁਸੀਂ ਕਹਿੰਦੇ ਹੋ ਇੱਕ ਲੋਕ ਦਾ ਸੁੱਖ ਮੰਗ ਲੈ, ਮਹਾਰਾਜ ਮੈਨੂੰ ਤੇ ਦੋਵਾਂ ਲੋਕਾਂ ਦੇ ਸੁੱਖ ਚਾਹੀਦੇ ਜੀ। ਹਾਲਤ ਦਾ ਵੀ ਸੁੱਖ ਚਾਹੀਦਾ ਤੇ ਪਲਤ ਦਾ ਵੀ ਸੁੱਖ ਚਾਹੀਦਾ। ਹਾਂਜੀ, ਬਿਨੈ ਸਹਿਤ ਬਚ ਕਹੈ ਬਨਾਏ। ਉਹ ਨਾ ਜੀ ਬੜੀ ਬੇਨਤੀ ਨਾਲ ਇਹ ਗੱਲ ਕਹਿਣ ਲੱਗਾ। ਗੁਰ ਪ੍ਰਤਾਪ ਲਖ ਸੀਸ ਨਿਵਾਏ। ਪਹਿਲਾਂ ਤੇ ਗੱਲ ਕਾਕਾ ਗੱਲ ਨਹੀਂ ਕਰਨੀ, ਉਹ ਕਾਕਾ ਹਾਂ ਇੱਥੇ ਬੜੀ ਸ਼ਾਂਤੀ ਨਾਲ ਬੈਠਣਾ। ਉਹਨੇ ਨਾ ਜੀ ਬੜੀ ਸ਼ਾਂਤੀ ਨਾਲ ਸਿਰ ਨਵਾ ਕੇ ਬੜੀ ਨਿਮਰਤਾ ਦੇ ਨਾਲ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਆਖਿਆ। ਹਾਂਜੀ, ਦਿਜੋ ਵਾਚ ਨਾਮ ਦੇਹ ਧਨ ਦੇਹ ਨਾ ਜਨ ਕੋ। ਧਨ ਬਹੀਨ ਜਨ ਜਗ ਨਾ ਸੁਹਾਏ। ਉਹ ਹੁਣ ਬੜਾ ਸਿਆਣਾ ਜੀ, ਕਹਿੰਦਾ ਮਹਾਰਾਜ ਨਾਮ ਦੇਹ ਧਨ ਦੇਹ ਨਾ ਜਨ ਕੋ। ਧਨ ਬਹੀਨ ਨਰ ਜਗ ਨਾ ਸੁਹਾਏ ਹੈ। ਸੱਚੇ ਪਾਤਸ਼ਾਹ ਤੁਸੀਂ ਮੈਨੂੰ ਨਾਮ ਦੀ ਦਾਤ ਦੇ ਦਿਓ, ਤੇ ਮਹਾਰਾਜ ਜੇ ਤੁਸੀਂ ਮੈਨੂੰ ਮਾਇਆ ਨਹੀਂ ਦਿੰਦੇ ਤੇ ਮਾਇਆ ਤੋਂ ਬਗੈਰ ਬੰਦੇ ਦੀ ਦੁਨੀਆ 'ਚ ਕੋਈ ਇੱਜ਼ਤ ਨਹੀਂ ਹੈਗੀ ਜੀ। ਤੁਸੀਂ ਵੇਖ ਲਓ, ਜਿਹੜੇ ਕੋਲ ਪੈਸੇ ਨਹੀਂ ਹੈਗੇ ਉਹਨੂੰ ਪੁੱਛਦਾ ਹੀ ਕੋਈ ਨਹੀਂ ਜੀ। ਹਾਂਜੀ, ਜੇ ਧਨ ਦੇਹ ਨਾਮ ਨਹਿ ਦੇਵੈ। ਨਾਮ ਬਿਨਾ ਜਨ ਜਮਪੁਰ ਜਾਏ। ਤੇ ਜੇ ਸੱਚੇ ਪਾਤਸ਼ਾਹ ਤੁਸੀਂ ਮੈਨੂੰ ਨਾਮ ਦੀ ਦਾਤ ਦੇ ਦਿੰਦੇ ਹੋ, ਵਾਹਿਗੁਰੂ ਜੇ ਮਾਇਆ ਦੇ ਦਿੰਦੇ ਹੋ, ਤੇ ਸੱਚੇ ਪਾਤਸ਼ਾਹ ਨਾਮ ਨਹੀਂ ਦਿੰਦੇ ਤੇ ਮੇਰਾ ਅੱਗੇ ਜਾ ਕੇ ਬੜੀ ਮਿੱਟੀ ਪਲੀਤ ਹੋਣੀ ਹੈ। ਜੇ ਧਨ ਦੇਹ ਨਾਮ ਨਹਿ ਦੇਵੈ, ਤੇ ਫਿਰ ਕੀ ਹੋਏਗਾ? ਨਾਮ ਬਿਨਾ ਜਨ ਜਮਪੁਰ ਜਾਏ। ਮਹਾਰਾਜ ਮੈਨੂੰ ਜਮਾਂ ਦੀ ਪੂਰੀ 'ਚ ਜਾਣਾ ਪਏਗਾ। ਇੱਕ ਸਿੰਘ ਸਾਡੇ ਕੋਲ ਬੈਠਾ ਜੀ, ਉਹਨਾਂ ਦੀ ਮਾਇਆ ਦੀਆਂ ਗੱਲਾਂ ਕਰਨ ਲੱਗ ਪਿਆ ਜੀ। ਚਲੋ ਉਹਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਜਿਹੜੀ ਕਥਾ ਪੜ੍ਹੀ ਆ ਉਹਦੇ 'ਚੋਂ ਬੇਨਤੀ ਕੀਤੀ ਵੀ ਬਾਣੀ ਪੜ੍ਹਿਆ ਕਰ, ਨਾਮ ਜਪਿਆ ਕਰ, ਕੋਈ ਨਹੀਂ ਮਾਇਆ ਵੀ ਆ ਜਾਏਗੀ। ਉਹ ਹੋਰ ਗੱਲਾਂ ਗੁੱਲਾਂ ਕਰ ਕੁਰ ਕੇ ਨਾ ਜੀ ਤੇ ਇੱਧਰ ਉੱਧਰ ਦੀਆਂ, ਤੇ ਉਹ ਸਿੰਘ ਕਹਿਣ ਲੱਗਾ ਵੀ ਚਲੋ ਜੇ ਮਾਇਆ ਨਹੀਂ ਦੇਣੀ ਤੇ ਨਾਮ ਦੀ ਦਾਤ ਹੀ ਦੇ ਦਿਓ। ਗੱਜ ਕੇ ਆਖੋ ਵਾਹਿਗੁਰੂ। ਮੈਂ ਸੁਣ ਕੇ ਕਿਹਾ ਵੀ ਵੇਖੋ ਨਾਮ ਦੀ ਦਾਤ ਕਿੰਨੀ ਸਸਤੀ ਬਣਾਈ ਹੈ। ਮਾਇਆ ਨਹੀਂ ਦੇਣੀ ਤਾਂ ਇਹ ਨਾਮ ਦੀ ਦਾਤ ਹੀ ਦੇ ਦਿਓ। ਮਤਲਬ ਨਾਮ ਦੀ ਦਾਤ ਮਾਇਆ ਤੋਂ ਵੀ ਸਸਤੀ ਹੈਗੀ ਹੈ ਜੀ। ਪਰ ਉਹ ਬ੍ਰਾਹਮਣ ਬੜਾ ਸਿਆਣਾ ਜੀ, ਦੁਰਗਾ ਦਾਸ, ਉਹ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਨੂੰ ਕਹਿ ਰਿਹਾ, ਕਹਿਣ ਲੱਗਾ ਮਹਾਰਾਜ ਦੋਈ ਬੰਨੀ ਕੰਮ ਰਹਿਣਾ ਚਾਹੀਦਾ, ਨਾਮ ਵੀ ਚਾਹੀਦਾ ਮਾਇਆ ਵੀ ਚਾਹੀਦੀ ਹੈ। ਹਾਂਜੀ, ਤੁਮ ਪਹਿ ਕਹੀ ਨਹੀਂ ਬਨ ਆਵਹਿ। ਜੋ ਭਾਵੈ ਤਿਉ ਬਨਤ ਬਨਾਏ। ਮਹਾਰਾਜ ਮੈਂ ਤੁਹਾਨੂੰ ਕੀ ਆਖਾਂ, ਜੇ ਮੈਨੂੰ ਨਾਮ ਦਿੰਦੇ ਹੋ ਤੇ ਮਹਾਰਾਜ ਇੱਥੇ ਗਰੀਬੀ ਨਾਲ ਰੁਲਣਾ ਹੈ। ਮਾਇਆ ਦੀ ਵੀ ਲੋੜ ਹੈਗੀ ਨਾ ਜੀ। ਹਾਂਜੀ, ਮਾਇਆ ਗੁਜਰਾਨ, ਇਹ ਮਾਇਆ ਨਾ ਜੀ ਗੁਜਰਾਨ ਹੈਗੀ, ਗੁਜਰਾਨ, ਇਹਦੇ ਤੋਂ ਬਗੈਰ ਗੁਜ਼ਾਰਾ ਨਹੀਂ ਹੈਗਾ ਜੀ। ਤੇ ਨਾਮ ਅੱਗੇ ਲੋੜ ਹੈਗੀ ਮਹਾਰਾਜ। ਹਾਂਜੀ, ਗੁਰ ਅਮਰਦਾਸ ਤੇਜੋ ਕੇ ਨੰਦਨ। ਦੋਨੋਂ ਨਿਰਮਲ ਪੱਖ ਚਲਾਏ। ਤੇ ਸੱਚੇ ਪਾਤਸ਼ਾਹ ਹੇ ਗੁਰੂ ਅਮਰਦਾਸ ਸਾਹਿਬ ਮਹਾਰਾਜ ਮੇਰੇ ਤੇ ਮਿਹਰ ਕਰੋ, ਮੈਨੂੰ ਦੋਵੇਂ ਹੀ ਦੇ ਦਿਓ। ਗੱਜ ਕੇ ਆਖੋ ਵਾਹਿਗੁਰੂ। ਦੋਵੇਂ ਹੀ ਦੇ ਦਿਓ, ਦੋਵੇਂ ਹੀ ਦੇ ਦਿਓ। ਮਾਣ ਮੰਗੋ ਤਾਣ ਮੰਗੋ, ਧਨ ਲਖਮੀ ਸੁੱਤ ਦੇ। ਸਾਰਾ ਕੁਝ ਹੀ ਚਾਹੀਦਾ ਜੀ। ਅਸੀਂ ਸੰਸਾਰੀ ਬੰਦੇ ਹਾਂ ਜੀ, ਇੱਕ ਅੱਧੀ ਚੀਜ਼ ਲੈ ਲਈਏ ਉਹਦੇ ਨਾਲ ਗੁਜ਼ਾਰਾ ਨਹੀਂ ਹੈਗਾ ਸਾਡਾ ਜੀ। ਹਾਂਜੀ, ਬਿਨਾ ਨਾਮ ਜਮ ਕੇ ਬਸ ਪਰੈ। ਹਾਂਜੀ, ਨਾਨਾ ਨਰਕ ਬਿਖੈ ਦੁਖ ਭਰੈ। ਸੱਚੇ ਪਾਤਸ਼ਾਹ ਮਾਇਆ ਤੋਂ ਬਗੈਰ ਲੋਕਾਂ ਸਾਨੂੰ ਮੁੱਖ ਨਹੀਂ ਲਾਉਣਾ, ਤੇ ਨਾਮ ਤੋਂ ਬਗੈਰ ਅੱਗੇ ਬੜੀ ਬੇਪਤੀ ਹੋਣੀ ਸਾਡੀ। ਹਾਂਜੀ,
नहीं आपकी दात पछान है, सब संकट प्राप्त जिस जान है। ਸੱਚੇ ਪਾਤਸ਼ਾਹ ਗਰੀਬ ਨਵਾਜ ਪਿੱਖ ਮਹਾਰਾਜ ਅਸੀਂ ਕੀ ਕਰੀਏ? ਮਹਾਰਾਜ ਅਸੀਂ ਤੇ ਸੰਸਾਰੀ ਬੰਦੇ, ਸਾਨੂੰ ਦੋਵਾਂ ਦੀ ਲੋੜ ਹੈਗੀ। ਹੁਣ ਤੁਸੀਂ ਦੱਸੋ ਤੁਹਾਨੂੰ ਲੋੜ ਹੈਗੀ ਕਿ ਨਹੀਂ ਦੋਵਾਂ ਦੀ ਜੀ? ਹਾਂਜੀ ਮਹਾਰਾਜ ਕਹਿਣ ਗਰੀਬੀ ਚੱਲ ਲੋ, ਬੜਾ ਔਖਾ ਕੰਮ ਹੈਗਾ ਜੀ। ਹੈਗੀ ਕਿ ਨਹੀਂ ਆਪਾਂ ਨੂੰ ਲੋੜ ਦੀ? ਦੋਵਾਂ ਚੀਜ਼ਾਂ ਦੀ ਹੈਗੀ ਜੀ। ਪਿੱਖ ਪਿਕ ਸਤਿਗੁਰ ਦਿਜ ਕੀ ਉਹ ਚਤੁਰਾਈ। ਜਦੋਂ ਦਿਜ ਨੇ ਆਖਿਆ ਨਾ ਦੁਰਗਾ ਦਾਸ ਨੇ, ਮਹਾਰਾਜ ਮੈਨੂੰ ਦੋਵਾਂ ਲੋਕਾਂ ਦੇ ਸੁੱਖ ਦਿਓ, ਤੇ ਸੱਚੇ ਪਾਤਸ਼ਾਹ ਗਰੀਬ ਨਵਾਜ ਉਹਦੀ ਸਿਆਣਪ ਵੇਖ ਕੇ ਭਏ ਪ੍ਰਸੰਨ ਤਨਕ ਮੁਸਕਾਈ। ਮਹਾਰਾਜ ਖੁਸ਼ ਹੋਏ ਤੇ ਥੋੜਾ ਜਿਹਾ ਮੁਸਕਰਾਏ ਜੀ। ਗੱਜ ਕੇ ਆਖੋ ਵਾਹਿਗੁਰੂ। ਸ੍ਰੀ ਗੁਰੂ ਅਮਰਦਾਸ ਸਾਹਿਬ ਖੁਸ਼ ਹੋਏ ਜੀ, ਮਨ 'ਚ ਖੁਸ਼ ਹੋਏ, ਪਰ ਥੋੜਾ ਜਿਹਾ ਮੁਸਕਰਾਏ ਜੀ। ਕਿੱਡੇ ਸੋਹਣੇ ਲੱਗਦੇ ਹੋਣਗੇ ਮਹਾਰਾਜ ਜਦੋਂ ਮੁਸਕਰਾ ਰਹੇ ਹੋਣਗੇ ਸੱਚੇ ਪਾਤਸ਼ਾਹ। ਹਾਂਜੀ ਕਹਿਓ ਬਾਕ ਦੋਨੋਂ ਤੁਮ ਲੇਹੋ, ਪ੍ਰਾਪਤ ਹੋਇ ਸੁਖ ਅਭੈ ਅਛੇ ਹੋ। ਮਹਾਰਾਜ ਨੇ ਫਿਰ ਬਚਨ ਕੀਤਾ, ਉਹ ਖਹਿੜੇ ਪੈ ਗਿਆ ਨਾ, ਇੱਕੋ ਗੱਲ ਬਾਰ-ਬਾਰ ਕਰੇ। ਮਹਾਰਾਜ ਧਨ ਤੋਂ ਬਗੈਰ ਇੱਥੇ ਗੱਲ ਨਹੀਂ ਬਣਨੀ, ਨਾਮ ਤੋਂ ਬਗੈਰ ਅੱਗੇ ਗੱਲ ਨਹੀਂ ਬਣਨੀ। ਤੇ ਮਹਾਰਾਜ ਤੁਸੀਂ ਤੇ ਦਾਤੇ ਹੋ, ਤੇ ਤੁਹਾਨੂੰ ਕਿਹੜਾ ਫਰਕ ਪੈਣਾ? ਸੱਚੇ ਪਾਤਸ਼ਾਹ ਖੁਸ਼ ਹੋਏ। ਮਹਾਰਾਜ ਕਹਿੰਦੇ ਲੈ ਫਿਰ ਦੋਵੇਂ ਹੀ ਲੈ ਲਾ। ਕਹਿਣ ਲੱਗੇ ਹਾਲਤ ਸੁੱਖ ਪਲਤ ਸੁੱਖ, ਜਾਂ ਲੋਕ ਦੇ ਵੀ ਸੁੱਖ ਦਿੱਤੇ ਤੇ ਤੈਨੂੰ ਪਰਲੋਕ ਦੇ ਵੀ ਸੁੱਖ ਦਿੱਤੇ। ਜਿਹਨੂੰ ਗੁਰੂ ਅਮਰਦਾਸ ਸਾਹਿਬ ਆਪਣੇ ਮੁਖ ਨਾਲ ਕਹਿ ਰਹੇ, ਉਹ ਜਮਾਂ ਦੇ ਰਾਹ ਕਿਵੇਂ ਜਾਏਗਾ ਸਾਧ ਸੰਗਤ ਜੀ? ਹਾਂਜੀ ਜਬ ਲੋ ਜੀਵਹੁ ਧਨ ਬਹੁ ਪਾਵਹੁ। ਮਹਾਰਾਜ ਕਹਿੰਦੇ ਜਿਉਣਾ ਚਿਰ ਜਿਉਂਦਾ ਰਹੇਗਾ, ਮਾਇਆ ਦੀ ਨਹੀਂ ਕਮੀ ਆਏਗੀ ਤੈਨੂੰ, ਮਾਇਆ ਆਉਂਦੀ ਰਹੇਗੀ ਤੇਰੇ ਕੋਲ। ਹਾਂਜੀ ਸਿਮਰਹੁ ਸਤ ਨਾਮ ਲਿਵ ਲਾਵਹੁ। ਬਾਕੀ ਤੇਰਾ ਸਤਨਾਮ ਪਰਮੇਸ਼ਰ ਦੇ ਨਾਮ 'ਚ ਵੀ ਧਿਆਨ ਲੱਗੇਗਾ, ਨਾਮ ਜਪਿਆ ਕਰ। ਸੰਗਤ ਜੀ ਉਂਝ ਨਾਮ ਵਾਹਿਗੁਰੂ ਮਾਇਆਧਾਰੀ ਵੀ ਨਾਮ ਜਪਦੇ ਆ, ਪਰ ਮੈਨੂੰ ਮਾਫ ਕਰਿਓ ਧਿਆਨ ਨਹੀਂ 'ਚ ਲੱਗਦਾ। ਇਹ ਨਾ ਦਾਤ ਦਿੰਦੇ ਮਹਾਰਾਜ ਸੱਚੇ ਪਾਤਸ਼ਾਹ ਹਿਰਦੇ 'ਚ ਟਿਕਾਉਂਦੇ ਆ, ਤੇ ਜਦੋਂ ਕਿਸੇ ਰੂਹ ਦੇ ਹਿਰਦੇ 'ਚ ਟਿਕਾ ਦਿੰਦੇ ਆ ਨਾ ਨਾਮ, ਫਿਰ ਬੰਦੇ ਦਾ ਆਪੇ ਹੀ ਧਿਆਨ ਲੱਗ ਜਾਂਦਾ ਜੀ। ਮਹਾਰਾਜ ਕਹਿੰਦੇ ਜਾਂ ਨਾਮ ਨਾਲ ਵੀ ਧਿਆਨ ਲੱਗੇਗਾ, ਮਾਇਆ ਵੀ ਆਉਂਦੀ ਰਹੇਗੀ। ਹਾਂਜੀ ਅੰਤ ਸਮੈ ਜਮ ਨਹਿ ਦਰਸੈ ਹੋ। ਗੱਜ ਕੇ ਆਖੋ ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ। ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ। ਅੰਤਲੇ ਸਮੇਂ ਤੈਨੂੰ ਜਾਮਾਂ ਨੂੰ ਵੇਖਣਾ ਨਹੀਂ ਪਏਗਾ, ਮਹਾਰਾਜ ਕਹਿਣ ਲੱਗੇ। ਹਾਂਜੀ ਪੁੰਨਵਾਨ ਕੇ ਲੋਕ ਸਿਦੈ ਹੋ। ਪੁੰਨਵਾਨ ਕੇ ਲੋਕ ਸਿਦੈ ਹੋ। ਜਿੱਥੇ ਪੁੰਨਵਾਨ ਰੱਬ ਦੇ ਪਿਆਰੇ ਸੰਤ ਮਹਾਂਪੁਰਖ ਬ੍ਰਹਮ ਗਿਆਨੀ ਪਹੁੰਚਦੇ ਸੱਚਖੰਡ ਵਿੱਚ, ਮਹਾਰਾਜ ਕਹਿੰਦੇ ਸਿੱਧਾ ਉੱਥੇ ਹੀ ਪਹੁੰਚੇਗਾ ਤੂੰ। ਵੇਖੋ ਸੰਗਤ ਜੀ, ਉਹ ਆਮ ਬ੍ਰਾਹਮਣ ਸੀਗਾ, 2-4 ਅੱਖਰ ਪੜ੍ਹਨੇ ਲਿਖਣੇ ਆਉਂਦੇ ਸੀਗੇ, ਇੰਨੀਆਂ ਵੱਡੀਆਂ ਦਾਤਾਂ ਉਹਦੇ ਕੋਲ ਨਹੀਂ ਸੀਗੀਆਂ ਜੀ। ਮੈਨੂੰ ਮਾਫ ਕਰਿਓ, ਬੜੇ ਬੜੇ ਵਿਦਿਆ ਪੜ੍ਹੇ ਵਿਦਵਾਨ ਬੰਦੇ, ਉਹਨਾਂ ਕੋਲ ਮਾਇਆ ਨਹੀਂ ਹੈਗੀ, ਉਹ ਰੁਲਦੇ ਫਿਰਦੇ ਹੈ ਜੀ ਇਸ ਦੁਨੀਆ ਵਿੱਚ ਜੀ। ਕਿਉਂ? ਇਹ ਰੱਬ ਦੀਆਂ ਖੇਡਾਂ ਨੇ ਜੀ। ਵਜੀਦਾ ਲਿਖਦਾ ਹੈ ਨਾ, ਉਹ ਕਹਿੰਦਾ ਇੱਕ ਜਿਹੜੇ ਆ ਉਹਨਾਂ ਦੇ ਪੈਰਾਂ 'ਚ ਪਾਟੇ ਜੋੜੇ ਆ। ਹਾਂਜੀ ਉਹਨਾਂ ਦੇ ਪੈਰਾਂ 'ਚ ਪਾਟੇ ਜੋੜੇ ਆ, ਹੈ ਵਿਦਵਾਨ, ਪਰ ਪੈਰਾਂ 'ਚ ਪਾਉਣ ਨੂੰ ਜੋੜੇ ਨਹੀਂ ਹੈਗੇ। ਸਿਆਣੇ ਹੋਣ ਦੇ ਬਾਵਜੂਦ ਵੀ ਮੂਰਖਾਂ ਦੇ ਘਰ ਵਿੱਚ ਜਾ ਕੇ ਮਜ਼ਦੂਰੀ ਕਰਦੇ ਆ। ਕਹਿੰਦੇ ਰੱਬ ਨੂੰ ਕੌਣ ਆਖੇ ਵੀ ਇੰਜ ਨਹੀਂ ਤੇ ਇੰਜ ਕਰਦੇ। ਹਾਂਜੀ ਇੱਕ ਨਾ ਦੇ ਘਰ ਧਨ, ਉਹ ਲਿਖਦੇ ਇੱਕ ਨਾ ਦੇ ਘਰ ਧਨ ਹੈ, ਉਹਨਾਂ ਦੇ ਘਰ ਅੱਗੋਂ ਘੋੜੇ ਆ, ਜੋੜੇ ਆ, ਪਰ ਪੰਡਿਤ ਪੈਰ ਪਿਆਦੇ ਪਾਟੇ ਜੋੜੇ ਆ। ਉਹ ਲਿਖਦੇ ਮੂਰਖ ਨੂੰ ਅਸਵਾਰੀ ਹਾਥੀ ਘੋੜਿਆਂ। ਜਿਹੜਾ ਮੂਰਖ ਹੈ ਨਾ, ਉਹਦੇ ਕੋਲ ਹਾਥੀ ਘੋੜੀ 'ਚ, ਮੂਰਖ ਨੂੰ ਅਸਵਾਰੀ ਹਾਥੀ ਘੋੜਿਆਂ, ਪੰਡਿਤ ਪੈਰ ਪਿਆਦੇ ਪਾਟੇ ਜੋੜਿਆਂ। ਪੰਡਿਤ ਵਿਦਵਾਨ ਪੁਰਸ਼, ਉਹਨਾਂ ਦੀ ਇਹੋ ਜਿਹੀ ਹਾਲਤ ਹੈ, ਉਹ ਜਿਹੜੇ ਜੋੜੇ ਪਾਉਂਦੇ ਆ ਉਹ ਵੀ ਟੁੱਟੇ ਹੋਏ ਹਨ। ਗੁਰਮੁਖੋ ਉਸ ਬੰਦੇ ਦੀ ਕੀ ਹਾਲਾਤ ਹੋਏਗੀ
ਜਿਹੜਾ ਆਪਣੇ ਪੈਰਾਂ 'ਚ ਪਾਉਣ ਲਈ ਜੁੱਤੀ ਨਹੀਂ ਖਰੀਦ ਸਕਦਾ ਜੀ। ਮੂਰਖ ਨੂੰ ਅਸਵਾਰੀ ਹਾਥੀ ਘੋੜਿਆਂ, ਪੰਡਤ ਪੈਰ ਪਿਆਦੇ ਪਾਟੇ ਜੋੜਿਆਂ, ਕਰਨ ਸੁਗੜ ਮਜੂਰੀ ਮੂਰਖ ਦੇ ਜਾਏ ਘਰ, ਵਜੀਦਾ ਕੌਣ ਸਾਹਿਬ ਨੂੰ ਆਖੇ ਇੰਜ ਨਹੀਂ ਤੇ ਇੰਜ ਕਰ। ਬੜੇ ਬੜੇ ਲੋਕ ਨੇ ਜਿਨ੍ਹਾਂ ਕੋਲ ਵਿਦਵਾਨ ਤੇ ਬੜੇ ਹੈ, ਪਰ ਰੁਲਦੇ ਫਿਰਦੇ 'ਚ ਪਿਆਰਿਓ ਕੋਈ ਉਹਨਾਂ ਨੂੰ ਪੁੱਛਦਾ ਨਹੀਂ। ਤੇ ਉਹ ਦੁਰਗਾ ਦਾਸ ਵਿਦਵਾਨ ਬਹੁਤ ਸੀ, ਆਏ ਗਏ ਲੋਕ ਜਿਹੜੇ ਉਹਨੂੰ ਥੋੜ੍ਹੀ ਬਹੁਤੀ ਮਾਇਆ ਦੇ ਦਿੰਦੇ ਸੀ, ਉਹਦੇ ਨਾਲ ਉਹਦਾ ਗੁਜ਼ਾਰਾ ਹੁੰਦਾ ਸੀਗਾ। ਉਹਨੇ ਮਾਇਆ ਖੁੱਲੀ ਦਾ ਸੁਪਨਾ ਵੀ ਨਹੀਂ ਸੀ ਲਿਆ। ਤੇ ਪਿਆਰਿਓ ਅੱਗੋਂ ਮਰਨ ਤੋਂ ਬਾਅਦ ਜੋ ਹੋਣਾ ਉਹ ਤੇ ਰੱਬ ਹੀ ਜਾਣਦਾ ਸੀ ਨਾ। ਪਰ ਧੰਨ ਗੁਰੂ ਅਮਰਦਾਸ ਸਾਹਿਬ ਜੀ ਨੇ ਬਚਨ ਕਰਤਾ, ਨਾ ਤੈਨੂੰ ਇੱਥੇ ਕਮੀ ਨਾ ਤੈਨੂੰ ਅੱਗੇ ਕਮੀ ਜੀ। ਹਾਂਜੀ। ਬਰ ਲੇਕਰ ਦਿਜ ਬਰ ਹਰ ਖਾਇਬ। ਉਹ ਪੰਡਤ ਬੈਰਾਗ 'ਚ ਵੀ ਆ ਗਿਆ ਤੇ ਖੁਸ਼ ਵੀ ਹੋ ਗਿਆ ਜੀ। ਮਹਾਰਾਜ ਨੇ ਕਿੰਨਾ ਵੱਡਾ ਬਚਨ ਕਰ ਦਿੱਤਾ ਮੈਨੂੰ। ਹਾਂਜੀ। ਜਨਮ ਮਰਨ ਸੰਦੇਹ ਮਿਟਾਏ। ਉਹਦਾ ਤੇ ਜਨਮ ਮਰਨ ਦੀ ਚਿੰਤਾ ਹੀ ਦੂਰ ਹੋ ਗਈ ਜੀ। ਜਿੰਦਿਆਂ ਦੀ ਮਾਇਆ ਦੀ ਮੁੱਖ ਚਿੰਤਾ ਹੁੰਦੀ ਵੀ ਮਾਇਆ ਆਉਂਦੀ ਜਾਵੇ, ਮਰਨ ਤੋਂ ਬਾਅਦ ਇਹ ਚਿੰਤਾ ਵੀ ਮੇਰਾ ਬਣੇਗਾ ਕਿ, ਉਹ ਵੀ ਚਿੰਤਾ ਦੂਰ ਹੋ ਗਈ ਜੀ। ਹਾਂਜੀ। ਨਮਸਕਾਰ ਕਰ ਸਦਨ ਸਿਦਾਰਾ। ਉਹਨੇ ਫਿਰ ਕੀ ਕੀਤਾ? ਮਹਾਰਾਜ ਧੰਨ ਗੁਰੂ ਅੰਗਦ ਅਮਰਦਾਸ ਸਾਹਿਬ ਜੀ ਨੂੰ ਮੱਥਾ ਟੇਕਿਆ ਜੀ। ਉਹਨੇ ਆਪਾਂ ਵੀ ਟੇਕੀਏ ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ। ਮੱਥਾ ਟੇਕਿਆ ਉਹਨੇ ਬੜੇ ਪ੍ਰੇਮ ਨਾਲ ਮਹਾਰਾਜ ਨੂੰ, ਤੇ ਫਿਰ ਘਰ ਚਲੇ ਗਿਆ ਜੀ ਖੁਸ਼ੀ ਖੁਸ਼ੀ। ਵੇਖੋ ਕਈ ਵਾਰੀ ਬੰਦਾ ਸਾਰੀ ਉਮਰ ਮੰਗਦਾ ਰਹਿੰਦਾ, ਸਾਰੀ ਉਮਰ ਮੰਗਦਾ, ਲੱਖਾਂ ਲੋਕ ਦਿੰਦੇ ਆ ਤਾਂ ਵੀ ਪੂਰੀ ਨਹੀਂ ਚ ਪੈਂਦੀ। ਕਈ ਵਾਰੀ ਇੱਕੋ ਹੀ ਦਾਤਾ ਇਹੋ ਜਿਹਾ ਆ ਜਾਂਦਾ, ਉਹ ਇੱਕੋ ਵਾਰੀ ਦੇ ਦਿੰਦਾ, ਸਾਰੀ ਉਮਰ ਦੀ ਪੂਰੀ ਪੈ ਜਾਂਦੀ ਹੈ। ਬਸ ਇਹਨੂੰ ਭਾਈ ਗੁਰਦਾਸ ਜੀ ਕਹਿੰਦੇ, ਦਾਤਾ ਉਹ ਨਾ ਮੰਗੀਆ ਫਿਰ ਮੰਗਣ ਜਾਈਆ। ਕਹਿੰਦੇ ਉਹ ਪਿਆਰਿਆ, ਦਾਤਾ ਉਹਨੂੰ ਨਾ ਬਣਾ ਜਿਹਦੇ ਕੋਲੋਂ ਮੰਗ ਕੇ ਤੈਨੂੰ ਫਿਰ ਕਿਤੇ ਹੋਰ ਜਾਣਾ ਪਵੇ ਮੰਗਣ ਵਾਸਤੇ। ਇੱਕੋ ਨੂੰ ਦਾਤਾ ਇਹੋ ਜਿਹਾ ਬਣਾ, ਉਹਦੇ ਕੋਲੋਂ ਮੰਗ ਕੇ ਕਿਤੇ ਹੋਰ ਜਾ ਕੇ ਹੱਥ ਟੱਡਣੇ ਹੀ ਨਾ ਪੈਣ ਜੀ, ਹੱਥ ਫੈਲਾਉਣੇ ਹੀ ਨਾ ਪੈਣ ਜੀ। ਸੋ ਮਹਾਰਾਜ ਗਰੀਬ ਨਵਾਜ ਜੀ ਨੇ ਕਿਰਪਾ ਕੀਤੀ। ਉਹ ਖੁਸ਼ੀ ਖੁਸ਼ੀ ਦੁਰਗਾ ਦਾਸ ਆਪਣੇ ਘਰ ਗਿਆ। ਤਬ ਤੇ ਪ੍ਰਾਪਤ ਦਰਬ ਉਦਾਰਾ। ਉਹ ਫਿਰ ਉਸ ਦਿਨ ਤੋਂ ਮਾਇਆ ਬੜੀ ਆਉਣ ਲੱਗ ਪਈ ਜੀ ਉਹਦੇ ਕੋਲ। ਕੋਈ ਇੱਧਰੋਂ ਆ ਕੇ ਦੇ ਜੇ, ਕੋਈ ਇੱਧਰੋਂ ਆ ਕੇ ਦੇ ਜੇ, ਕੋਈ ਇੱਧਰੋਂ ਆ ਕੇ ਦੇ ਜੇ। ਹਾਂਜੀ। ਸਗਰੀ ਚਿੰਤਾ ਹਿਰਦੇ ਬਿਨਾਸੀ। ਇੰਨੀ ਮਾਇਆ ਉਹਦੇ ਕੋਲ ਹੋ ਗਈ, ਉਹਦੀਆਂ ਪੁਸ਼ਤਾਂ ਤੱਕ ਛਕਣ ਵਾਲੀਆਂ ਹੋ ਗਈਆਂ ਜੀ। ਉਹਦੀ ਚਿੰਤਾ ਦੂਰ ਹੋ ਗਈ ਜੀ। ਹਾਂਜੀ। ਅਨਿਕ ਭਾਂਤ ਕੇ ਲਹਿ ਸੁਖ ਰਾਸੀ। ਬੜਾ ਉਹਦਾ ਘਰ ਬਣ ਗਿਆ ਵਧੀਆ, ਬੜੇ ਉਹਨੂੰ ਸੁੱਖ ਮਿਲ ਗਏ ਜੀ। ਹਾਂਜੀ। ਅੰਤ ਸਮਾ ਜਬ ਪ੍ਰਾਪਤ ਹੋਵਾ। ਜਦੋਂ ਉਹਦਾ ਅੰਤਮ ਸਮਾਂ ਆਇਆ ਜੀ, ਉਹਨੇ ਸਰੀਰ ਤਿਆਗਿਆ। ਨਹੀਂ ਨਰਕ ਕੋ ਸੰਕਟ ਜੋਵਾ। ਉਹਨੂੰ ਨਰਕਾਂ ਵਿੱਚ ਨਹੀਂ ਜਾਣਾ ਪਿਆ ਜੀ। ਕਿਉਂ? ਮਹਾਰਾਜ ਦਾ ਬਚਨ ਸੀਗਾ ਜੀ ਉਹਨੂੰ। ਹਾਂਜੀ। ਪੁੰਨਵਾਨ ਪੁਰਖਨ ਗਤ ਪਾਈ। ਪੁੰਨਵਾਨ ਪੁਰਖਾਂ ਵਾਂਗੂ ਉਹਦੀ ਮੁਕਤੀ ਹੋਈ ਜੀ ਫਿਰ। ਹਾਂਜੀ। ਸ਼੍ਰੀ ਸਤਿਗੁਰ ਕੀ ਦਾਤ ਸੁਹਾਈ। ਕਹਿੰਦੇ ਇਸ ਤਰੀਕੇ ਨਾਲ ਗੁਰੂ ਜੀ ਦੀ ਦਾਤ ਦੀ ਸ਼ੋਭਾ ਹੈ, ਬੜੀ ਵੱਡੀ ਸ਼ੋਭਾ ਹੈ। ਹਾਂਜੀ। ਤਹਾਂ ਰਾਤਰ ਬਸ ਕਰ ਗੋਸਾਈ। ਉੱਥੇ ਮਹਾਰਾਜ ਉਸ ਪਿੰਡ ਵਿੱਚ ਰਾਤ ਰਹੇ ਜੀ, ਦੁਰਗਾ ਦਾਸ ਵਾਲੇ। ਹਾਂਜੀ। ਭਈ ਪ੍ਰਾਤ ਜਾਗੇ ਸਮੁਦਾਈ। ਤੇ ਅੱਗੋਂ ਹੁਣ ਦਿਨ ਚੜਿਆ, ਮਹਾਰਾਜ ਅੰਮ੍ਰਿਤ ਵੇਲੇ ਜਾਗੇ। ਖਬਰਾਂ ਪਹੁੰਚ ਰਹੀਆਂ ਨੇ ਕਿ ਮਹਾਰਾਜ ਗੋਇੰਦਵਾਲ ਸਾਹਿਬ ਵਾਪਸ ਆ ਰਹੇ ਆ। ਉਹ ਹੁਣ ਕਥਾ ਆਪਾਂ ਅੱਗੋਂ ਕੱਲ੍ਹ ਨੂੰ ਸਰਵਣ ਕਰਾਂਗੇ। ਗੁਰੂ ਜੀ ਦੀ ਮਹਿਮਾ ਅਗਮ ਹੈ, ਗੁਰੂ ਜੀ ਦੀ ਮਹਿਮਾ ਅਗਾਧ ਹੈ, ਗੁਰੂ ਜੀ ਦੀ ਮਹਿਮਾ ਕਥਨ ਤੋਂ ਪਰਾਂ ਹੈ। ਜੇ ਦੁਰਗਾ ਦਾਸ ਗੁਰੂ ਜੀ ਦੇ ਹਜ਼ੂਰ ਆ ਕੇ ਸੇਵਾ ਕਰਕੇ ਸਭ ਕੁਝ ਲੈ ਸਕਦਾ, ਪਿਆਰਿਓ ਆਪਾਂ ਗੁਰੂ ਜੀ ਦੇ ਸਿੱਖ ਹਾਂ, ਅਸੀਂ ਕਿਉਂ ਨਹੀਂ ਲੈ ਸਕਦੇ? ਅਰਦਾਸ ਕਰਿਆ ਕਰੋ ਸਤਿਗੁਰੂ ਦੇ ਚਰਨਾਂ 'ਚ, ਮਹਾਰਾਜ ਅਸੀਂ ਵੀ ਤੁਹਾਡੇ ਹਾਂ। ਤੇ ਮੰਗਣ ਦੀ ਦਾਤ ਵੀ ਸਿੱਖ ਲਓ ਮਹਾਰਾਜ ਕੋਲੋਂ। ਲੋਕ ਪਰਲੋਕ ਦੋਵਾਂ ਥਾਵਾਂ ਦੇ ਸੁੱਖ ਮਿਲਦੇ ਆ। ਤੇ ਮਹਾਰਾਜ ਬਾਣੀ 'ਚ ਕਹਿੰਦੇ ਵੀ ਹੈ,
ਹਲਤ ਸੁਖ ਪਲਤ ਸੁਖ ਨਿਤ ਸੁਖ ਸਿਮਰਨੋ ਨਾਮ ਗੋਬਿੰਦ ਕਾ ਸਦਾ ਲੀਜੈ ਮਿਟਹਿ ਕਮਾਣੇ ਪਾਪ ਚਿਰਾਣੇ ਸਾਧ ਸੰਗਤ ਮਿਲ ਮੂਹਾ ਜੀਜੈ। ਮਹਾਰਾਜ ਕਹਿੰਦੇ ਲੋਕ ਦਾ ਵੀ ਸੁੱਖ ਪਰਲੋਕ ਦਾ ਵੀ ਸੁੱਖ ਕਿਵੇਂ? ਜਦੋਂ ਤੂੰ ਨਾਮ ਜਪੇਂਗਾ। ਸੋ ਮਹਾਰਾਜ ਸੱਚੇ ਪਾਤਸ਼ਾਹ ਸਾਡੇ ਤੇ ਕਿਰਪਾ ਕਰਨ। ਗੁਰੂ ਦੇ ਘਰਾਂ ਦੀਆਂ ਦਾਤਾਂ ਬਹੁਤ ਵੱਡੀਆਂ ਨੇ ਔਰ ਇੱਕ ਸਮੇਂ ਵਾਸਤੇ ਨਹੀਂ ਹਨ। ਗੁਰੂ ਜੀ ਦੇ ਘਰ ਦੀਆਂ ਦਾਤਾਂ ਸਦਾ ਕੇ ਸੁਰਤੀਆਂ ਜੋੜ ਕੇ ਕਹੋ ਜੀ ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ। ਸੱਚੇ ਪਾਤਸ਼ਾਹ ਮਿਹਰ ਕਰਨ, ਕਿਰਪਾ ਕਰਨ। ਸੰਗਤ ਵਿੱਚ ਜਦੋਂ ਨਾਮ ਜਪਿਆ ਜਾਂਦਾ ਹੈ, ਗੁਰੂ ਨਾਨਕ ਸਾਹਿਬ ਵਸਦੇ ਆ, ਗੁਰੂ ਨਾਨਕ ਸਾਹਿਬ ਮਿਹਰ ਕਰਦੇ ਆ, ਗੁਰੂ ਨਾਨਕ ਸਾਹਿਬ ਕਿਰਪਾ ਕਰਦੇ ਆ, ਗੁਰੂ ਨਾਨਕ ਸਾਹਿਬ ਸਿਰ ਤੇ ਹੱਥ ਰੱਖਦੇ ਆ। ਸੋ ਮਹਾਰਾਜ ਕਹਿੰਦੇ, ਇੱਕ ਤੇ ਮੈਂ ਗੁਰੂ ਅੰਗਦ ਦੇਵ ਜੀ ਦੇ ਹਿਰਦੇ 'ਚ ਹਾਂ, ਦੂਜਾ ਮੈਂ ਸਾਧ ਸੰਗਤ ਵਿੱਚ ਹਾਂ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ, ਪਿਆਰ ਨਾਲ ਗੱਜ ਕੇ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।